ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਸੈਟਲ ਏਰੀਆ 'ਚ ਲੋਕਲ ਵਰਕ ਦਿੰਦੀ ਹੈ ਜੀ। ਡੇਲੀ ਕੰਮ ਤੋਂ ਘਰੇ ਜਾ ਸਕਦੇ ਹੋ। ਸਹੂਲਤ ਲਈ ਤੁਹਾਡੀ ਪੰਜਾਬੀ ਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੂੰ 2063544060 ਤੇ ਜਗਦੇਵ ਸੰਧੂ ਹੋਰਾਂ ਨੂੰ 2532666924 ਤੇ ਕਾਲ ਕਰ ਸਕਦੇ ਹੋ। ਮਨਮੋਹਨ ਸਿੰਘ ਧਾਲੀਵਾਲ ਜੋ J&H ਪ੍ਰੈਕਸ ਦੇ ਓਨਰ ਨੇ, ਓਨਰ ਆਪਰੇਟਰਾਂ ਤੇ ਡਰਾਈਵਰਾਂ ਨੂੰ ਸੈਟਲ ਏਰੀਆ ਦੇ ਵਿੱਚ ਲੋਕਲ ਕੰਮ ਦੇ ਰਹੇ ਨੇ। ਤੁਸੀਂ ਸੰਪਰਕ ਕਰ ਸਕਦੇ ਹੋ 2065500088। ਜੇਕਰ ਤੁਹਾਨੂੰ ਇੰਗਲਿਸ਼ ਦੇ ਵਿੱਚ ਡਿਸਪੈਚ 'ਚ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਇਹ ਡਿਸਪੈਚ ਕਰਕੇ ਦਿੰਦੇ ਨੇ। ਬੈਨੀਫਿਟਸ ਬੜੇ ਅੱਛੇ ਦਿੰਦੇ ਨੇ। ਲੌਂਗ ਹਾਲ 'ਤੇ ਜਾਣ ਦੀ ਜ਼ਰੂਰਤ ਨਹੀਂ। ਬੱਚਿਆਂ ਦੇ ਨਾਲ ਵਧੇਰੇ ਸਮਾਂ ਵੀ ਬਤੀਤ ਕਰੋ। ਸੋ ਅਸੀਂ ਧੰਨਵਾਦੀ ਹਾਂ ਜੀ ਸੁਖਵਿੰਦਰ ਸਿੰਘ ਸੰਧੂ ਦੇ ਨਿਊਯਾਰਕ ਤੋਂ, ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ, ਤੇ ਅਵਤਾਰ ਸਿੰਘ ਕਾਹਲੋਂ ਵਰਜੀਨੀਆ ਦੇ। ਬੇਕਰਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਨੂੰ ਜ਼ੀਰੋ ਕਰਨ ਦੇ ਲਈ 6617541722 ਤੇ ਜਤਿੰਦਰ ਤੂਰ ਹੋਰਾਂ ਨੂੰ ਸੰਪਰਕ ਕਰੋ। ਤੇ ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਜੀ। ਸੰਪਰਕ ਹੈ 6616671188 ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਸਰਕਾਰ ਨਾਲ ਫੇਰ ਮੀਟਿੰਗ ਦਾ ਦੌਰ ਸੀ। ਕੱਲ੍ਹ ਤੇ ਕਿਉਂ ਟਲ ਗਿਆ? ਕੱਲ੍ਹ ਤੇ ਕਿਉਂ ਚਲੀ ਗਈ ਹੈ? ਦੇਖੋ, ਸਰਕਾਰ ਭੰਬਲ ਭੂਸੇ 'ਚ ਹੈ ਜੀ। ਫਸੀ ਹੋਈ ਸਰਕਾਰ ਨੂੰ ਹੁਣ ਕੁਛ ਸੁਝਦਾ ਨਹੀਂ ਵੀ ਕਰੀਏ ਕੀ। ਜੀ। ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਾਹਿਬ ਹੈ। ਲੱਗਦਾ ਇਹ ਹੈ ਕਿ ਉਹ ਖੇਤੀਬਾੜੀ ਮੰਤਰੀ ਹੈ, ਪਰ ਮੇਰੇ ਖਿਆਲ ਮੁਤਾਬਕ ਹੈ ਵੀ ਉਹਨਾਂ ਦੇ ਨਾਂ ਦੀ ਤਖਤੀ ਲਿਖੀ ਹੋਈ ਹੈ ਜੀ ਕਿ ਉਹ ਖੇਤੀਬਾੜੀ ਮੰਤਰੀ। ਅਸਲ ਦੇ ਵਿੱਚ ਉਹਨਾਂ ਕੋਲ ਕਮਾਂਡ ਹੈ ਨਹੀਂ ਗੀ। ਕਮਾਂਡ ਕਿਤੇ ਹੋਰ ਹੈ। ਜਿਹੜੇ ਲੋਕ ਵਜ਼ਾਰਤੀ ਧੜੇ ਵੱਲੋਂ ਕਿਸਾਨਾਂ ਨਾਲ ਗੱਲ ਕਰਦੇ ਹੈ ਜੀ, ਉਹ ਤਿੰਨ ਬੰਦੇ ਹੈ। ਤੋਮਰ ਸਾਹਿਬ ਹੈ, ਸੋਮ ਪ੍ਰਕਾਸ਼ ਹੈ ਪੰਜਾਬ ਵਾਲੇ ਜੀ, ਤੇ ਇੱਕ ਹੈਗੇ ਪੀਯੂਸ਼ ਗੋਇਲ। ਅਸਲ ਦੇ ਵਿੱਚ ਇਸ ਕਮੇਟੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਤਾਕਤਵਰ ਬੰਦਾ ਪੀਯੂਸ਼ ਗੋਇਲ ਹੀ ਹੈ। ਹਾਂ, ਬਿਲਕੁਲ ਉਹੀ ਹੈ। ਕਿਉਂਕਿ ਪੀਯੂਸ਼ ਗੋਇਲ ਜਿਹੜਾ ਹੈਗਾ ਉਹ ਨਾ ਸਿਰਫ ਪ੍ਰਧਾਨ ਮੰਤਰੀ, ਨਾ ਸਿਰਫ BJP, ਸਗੋਂ RSS ਦਾ ਬਹੁਤ ਹੀ ਹਰਮਨ ਪਿਆਰਾ ਹੈ। ਕਾਰਨ ਇਹਦਾ ਇਹ ਹੈ ਕਿ ਉਹਦਾ ਬਾਪ ਭਾਰਤੀ ਜਨਤਾ ਪਾਰਟੀ ਦਾ ਕੈਸ਼ੀਅਰ ਰਿਹਾ, ਖਜ਼ਾਨਚੀ ਪੈਸੇ ਦਾ ਇੰਤਜ਼ਾਮ ਕਰਦਾ ਰਿਹਾ। ਮਾਤਾ 2-3 ਵਾਰੀ MLA ਵੀ ਰਹੀ ਹੈ। ਆਓ ਤਾਂ ਫਿਰ ਸਾਰਾ ਕੁਛ ਹੀ ਹੈ ਨਾ। ਜਿਹੜਾ ਪੈਸੇ ਜਿਹਦੇ ਕੋਲ ਖਜ਼ਾਨਾ ਵਿਭਾਗ ਹੋਵੇ ਉਹ ਜੋ ਮਰਜ਼ੀ ਕਰ ਸਕਦਾ ਹੈ। ਹੁਣ ਇਸ ਵੇਲੇ ਪੰਜਾਬ ਦੇ ਵਿੱਚ ਫਿਰ ਉੱਥੇ ਗੱਲ ਆ ਜਾਂਦੀ। ਪੰਜਾਬ ਦੇ ਵਿੱਚ ਕਹਿੰਦੇ ਜੀ ਬੜੀ ਸੰਕਟ ਹੈ, ਲੇਕਿਨ ਜੇ ਬਠਿੰਡੇ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਉੱਤੇ ਪੈਸੇ ਦੀ ਲੋੜ ਹੋਵੇ ਤਾਂ ਕੋਈ ਸੰਕਟ ਨਹੀਂ ਹੈਗਾ, ਕਿਉਂਕਿ ਵਿੱਤ ਮੰਤਰੀ ਇਹਨੂੰ ਰਿਪਰੈਜ਼ੈਂਟ ਕਰਦਾ ਹੈ। ਵਿੱਤ ਮੰਤਰੀ ਨਾਲ ਦੀ ਨਾਲ ਪੈਸੇ ਦਾ ਪ੍ਰਬੰਧ ਕਰ ਲੈਂਦਾ। ਸੋ ਜਿਹੜਾ ਕਿਸੇ ਨੈਸ਼ਨਲ ਪਾਰਟੀ ਦਾ ਖਜ਼ਾਨਚੀ ਹੋਣਾ ਤੇ ਨਾਲ ਰਾਜ ਭਾਗ ਹੋਣਾ, ਇਹ ਦੋ ਗੱਲਾਂ ਹੁੰਦੀਆਂ ਅਲੱਗ-ਅਲੱਗ ਜਿਹੜੀਆਂ ਹੈਗੀਆਂ। ਵੇਖੀਏ ਪਤਾ ਇਕੱਠੀਆਂ ਹੀ ਹੁੰਦੀਆਂ। ਸੋ ਪੀਯੂਸ਼ ਗੋਇਲ ਜਿਹੜਾ ਹੈਗਾ ਅਸਲ 'ਚ ਪਾਵਰਫੁਲ ਹੋਇਆ, ਪਰ ਪਾਵਰ ਉਹਦੇ ਕੋਲ ਵੀ ਨਹੀਂ ਜੀ। ਪਾਵਰ ਸਾਰੀ ਸਿਰਫ ਤੇ ਸਿਰਫ ਦੋ ਬੰਦਿਆਂ ਕੋਲ ਹੈ ਜੀ। ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਭਾਰਤ ਨੂੰ 2.5 ਬੰਦੇ ਚਲਾਉਂਦੇ ਆ। ਮੈਂ ਨਹੀਂ ਕਹਿੰਦਾ, ਤੁਸੀਂ ਨਹੀਂ ਕਹਿੰਦੇ, ਰੇਡੀਓ ਪੰਜਾਬ ਟੂਡੇ ਨਹੀਂ ਕਹਿੰਦਾ, ਇਹ ਸੁਬਰਾਮਨੀਅਮ ਸਵਾਮੀ ਕਹਿੰਦੇ ਨੇ ਜੀ ਕਿ ਭਾਰਤ ਨੂੰ ਚਲਾਉਣ ਵਾਲੇ 2.5 ਬੰਦੇ, ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੂਸਰੇ ਅਮਿਤ ਸ਼ਾਹ, ਔਰ ਤੀਸਰੇ ਹੁੰਦੇ ਸੀਗੇ ਅਰੁਣ ਜੇਤਲੀ ਸਾਹਿਬ ਜੀ। ਅਰੁਣ ਜੇਤਲੀ ਜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਤਾਂ ਭਾਰਤ ਨੂੰ ਚਲਾਉਣ ਵਾਲੇ ਦੋ ਬੰਦੇ, ਪਾਵਰਾਂ ਸਾਰੀਆਂ ਉਹਨਾਂ ਦੇ ਕੋਲੇ ਹੈ ਜੀ। ਜਿੰਨੇ ਵਾਰੀ ਮੀਟਿੰਗ ਹੋਈ ਹੈ, ਹਰ ਵਾਰੀ ਮੀਟਿੰਗ ਦੇ ਵਿੱਚ ਜਦੋਂ ਕਿਤੇ ਆ ਕੇ ਅੜਿੱਕਾ ਪੈ ਜਾਂਦਾ ਸੀ ਤੇ ਉਦੋਂ ਮੀਟਿੰਗ ਨੂੰ ਇਹ ਕਹਿ ਕੇ ਬ੍ਰੇਕ ਕੀਤਾ ਜਾਂਦਾ ਸੀ, ਚਾਹ ਪਾਣੀ ਪੀ ਲਓ ਜੀ। ਹਾਂ, ਚਾਹ ਪੀ ਲਓ, ਲੰਗਰ ਪਾਣੀ ਛਕ ਲਓ, ਤੇ ਆਪ ਗੈਲਰੀ ਦੇ ਵਿੱਚ ਜਾ ਕੇ ਟੈਲੀਫੋਨ ਕਰਨੇ ਸ਼ੁਰੂ ਕਰ ਦਿੰਦੇ ਸੀ ਜੀ। ਹੁਣ ਦੱਸੋ ਤੁਸੀਂ ਕੀ ਕਰੀਏ? ਹੁਣ ਇਹੀ ਚੀਜ਼ ਮੇਰੇ ਖਿਆਲ ਮੁਤਾਬਕ ਵੀ ਇਹਦਾ ਜਿਹੜਾ ਟਲਣ ਦਾ ਵੱਡਾ ਕਾਰਨ ਇਹ ਹੈ ਕਿ ਹੁਣ 26 ਜਨਵਰੀ ਵੀ ਆ ਗਈ। 26 ਜਨਵਰੀ ਨੂੰ ਹੋਣਾ ਕੀ ਹੈ ਜੀ? ਇਹ ਭਵਿੱਖ ਦੇ ਗਰਭ ਦੇ ਵਿੱਚ ਹੈ, ਲੇਕਿਨ ਕਿਸਾਨਾਂ ਦਾ ਜਿਹੜੀ ਦ੍ਰਿੜਤਾ ਹੈ ਉਹ ਹੈ ਕਿ ਉਹ ਕੁਛ ਕਰਨਗੇ। ਤੇ ਕੁਛ ਕਰਨਾ ਕੀ, ਉਹਨਾਂ ਨੇ ਕੱਢਣੀ ਹੈ ਟਰੈਕਟਰ ਪਰੇਡ ਜੀ। ਟਰੈਕਟਰ ਪਰੇਡ ਵਾਸਤੇ ਉਹਨਾਂ ਦੀ ਕੋਸ਼ਿਸ਼ ਜਾਰੀ ਹੈ। ਸਰਕਾਰ ਉਹਨੂੰ ਹੁਣ ਕਿਵੇਂ ਜਿਹੜੀ ਉਹਨੂੰ ਡਿਫਿਊਜ਼ ਕੀਤਾ ਜਾਵੇ, ਜਿਹੜੀ ਸਿਚੁਏਸ਼ਨ ਪੈਦਾ ਹੋ ਗਈ, ਇਹਦੇ ਬਾਰੇ ਸੋਚਦੀ ਹੈ ਜੀ। ਸੋ ਇਹ ਮੇਰੇ ਖਿਆਲ ਮੁਤਾਬਕ ਟਾਈਮ ਬਾਈ ਕੀਤਾ। ਸਿਰਫ ਤੇ ਸਿਰਫ ਕੁਝ ਘੰਟਿਆਂ ਦਾ ਸਮਾਂ ਲੈ ਲਓ, ਇਹਨਾਂ ਘੰਟਿਆਂ ਦੇ ਵਿੱਚ ਆਪਾਂ ਕੁਛ ਨਾ ਕੁਛ ਕਰ ਲਾਂਗੇ ਜੀ। ਵੈਸੇ ਜੇ ਆਪਾਂ ਦੇਖੀਏ ਤਾਂ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਆ ਉਹ ਆਪਣੇ ਹਲਕੇ 'ਚ ਗਏ ਸੀ, ਮੱਧ ਪ੍ਰਦੇਸ਼ ਜੀ। ਔਰ ਜਦੋਂ ਆਪਣੇ ਹਲਕੇ ਦੇ ਵਿੱਚ ਜਾਂਦੇ ਸੀ, ਉਹ ਗਏ ਸੀਗੇ ਆਪਣੀ ਜਿਹੜੀ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ, ਉਸ ਟ੍ਰੇਨ ਦੇ ਵਿੱਚ ਬੈਠ ਕੇ ਗਏ ਸੀ।
ਸਾਡੇ ਸਿੱਖ ਜਿਹੜੇ ਹੈਗੇ ਆ ਸ਼ਰਧਾਲੂ ਹਜ਼ੂਰ ਸਾਹਿਬ ਹਰੇਕ ਹੀ ਜਾਂਦਾ, ਹਰੇਕ ਹੀ ਜਾਂਦਾ, ਕਿਉਂਕਿ ਕਹਿੰਦੇ ਗੁਰੂਆਂ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਮੈਨੂੰ ਨਹੀਂ ਪਤਾ ਵੀ ਕਿਹਾ ਕਿ ਨਹੀਂ ਕਿਹਾ, ਇਹ ਮੰਨਿਆ ਜਾਂਦਾ ਵੀ ਉਹਨਾਂ ਨੇ ਕਿਹਾ ਸੀ ਕਿ ਹਰ ਸਿੱਖ 60 ਸਾਲ ਦੀ ਉਮਰ ਤੋਂ ਪਹਿਲਾਂ ਇੱਕ ਵਾਰੀ ਹਜ਼ੂਰ ਸਾਹਿਬ ਜ਼ਰੂਰ ਜਾਵੇ। ਇਹ ਇੱਕ ਮਿੱਥ ਹੈ ਜਾਂ ਹਕੀਕਤ ਹੈ ਕੀ ਹੈ ਇਹ ਉਹਨਾਂ ਨੂੰ ਪਤਾ, ਲੇਕਿਨ ਇਹ ਗੱਲ ਲੋਕਾਂ ਦੇ ਵਿੱਚ ਘਰ ਕੀਤੀ ਹੋਈ ਯਾਰ, ਲੋਕ ਜਾਂਦੇ ਹੈ ਲਗਾਤਾਰ ਜਾਂਦੇ। ਇਸੇ ਕਰਕੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਉਸ ਯੁੱਗ ਦੇ ਵਿੱਚ ਸਪੈਸ਼ਲ ਟ੍ਰੇਨਾਂ ਦਾ ਇੰਤਜ਼ਾਮ ਕੀਤਾ ਸੀ ਕਿ ਜਿਹੜੀਆਂ ਟ੍ਰੇਨਾਂ ਸਿੱਧੀਆਂ ਹਜ਼ੂਰ ਸਾਹਿਬ ਨੂੰ ਜਾਣ। ਹਜ਼ੂਰ ਸਾਹਿਬ ਦਾ ਨੰਦੇੜ ਸਾਹਿਬ ਦਾ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨਵੀਨੀਕਰਨ ਵੀ ਕਿਸਮ ਦਾ ਕਰਵਾਇਆ ਸੀ। ਜੀ। ਸੋ ਇਹ ਰੇਲਵੇ ਮੰਤਰੀ ਵੀ ਉਹਦੇ ਵਿੱਚ ਬੈਠੇ ਸੀ, ਸਾਡੇ ਪੰਜਾਬ ਦੇ ਸਿੱਖ ਭਰਾ ਵੀ ਸੀਗੇ, ਉਹਨਾਂ ਦੇ ਨਾਲ ਫਿਰ ਬੈਠ ਕੇ ਗੱਲਾਂ ਵੀ ਕੀਤੀਆਂ। ਅੱਛਾ ਜੀ, ਗੱਲਾਂ ਕਰਕੇ ਲੰਗਰ ਪਾਣੀ ਵੀ ਸਾਂਝਾ ਕੀਤਾ, ਬਿਲਕੁਲ ਉਸੇ ਉਹ ਡਰਾਮੇਬਾਜ਼ੀ ਕਰਕੇ ਗਏ, ਕਹਿੰਦੇ ਵੀ ਧਾਰ ਕੇ ਗਏ। ਹਾਂ ਤੇ ਫਿਰ ਨਾਲ ਉਚੇਚੇ ਤੌਰ ਤੇ ਅਖਬਾਰਾਂ 'ਚ ਖਬਰਾਂ ਵੀ ਲੋਈਆਂ ਕਿ ਜੀ ਦੇਖੋ ਲੰਗਰ ਪੱਤਰਕਾਰ ਵੀ ਨਾਲ ਲੈ ਕੇ ਗਏ। ਪੱਤਰਕਾਰ ਤਾਂ ਨਾਲ ਹੁੰਦੀ ਹੈ ਨਾ, ਉਹ ਤਾਂ ਜਿਹੜੀ ਲਵਾਉਣੀ ਹੁੰਦੀ ਹੈ ਪਤਾ ਹੈ। ਅਸਲ ਦੇ ਵਿੱਚ ਉਹ ਜਿਹੜੀ ਹੈਗੀ ਹਜ਼ੂਰ ਸਾਹਿਬ ਐਕਸਪ੍ਰੈਸ ਲੈ ਲਓ ਜਾਂ ਵੱਡੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਕਹਿ ਲਈਏ ਆਪਾਂ, ਉਹਦੇ ਵਿੱਚ ਜਾਣ ਦਾ ਮਕਸਦ ਹੀ ਇਹ ਸੀ ਕਿ ਇਹ ਗੱਲ ਇੱਕ ਜਿਹੜੀ ਹੈਗੀ ਹੈ ਸਿੱਖ ਭਾਈਚਾਰੇ ਨੂੰ ਇੱਕ ਸੰਦੇਸ਼ ਦਿੱਤਾ ਜਾਵੇ ਹਜ਼ੂਰ ਸਾਹਿਬ ਦੇ ਨਾਲ ਜੋੜ ਕੇ ਕਿ ਸਰਕਾਰ ਤਾਂ ਬੜੀ ਸੁਹਿਰਦ ਹੈ, ਲੇਕਿਨ ਜਿਹੜੇ ਕਿਸਾਨ ਆਗੂ ਨਾ ਉਹ ਜਿੱਦੀ ਹੈ, ਉਹਨਾਂ ਨੇ ਜਿੱਦ ਫੜੀ ਹੋਈ ਹੈ। ਹੁਣ ਤੁਸੀਂ ਦੇਖੋ ਕਿ ਕੁੱਟਦੇ ਵੀ ਹੈ ਤੇ ਰੋਣ ਵੀ ਨਹੀਂ ਦਿੰਦੇ। ਉਹ ਕਹਿੰਦੇ ਕਾਨੂੰਨ ਅਸੀਂ ਤੁਹਾਡੇ ਵਾਸਤੇ ਬਣਾਤੇ, ਇਹ ਤੁਹਾਡੇ ਫਾਇਦੇ ਵਾਲੇ ਆ। ਕਿਸਾਨ ਕਹਿੰਦੇ ਨਹੀਂ ਜੀ ਨਹੀਂ, ਇਹ ਸਾਡੇ ਨੁਕਸਾਨ ਵਾਲੇ, ਸਾਨੂੰ ਲੋੜ ਹੀ ਨਹੀਂ ਹੈ, ਸਾਡਾ ਫਾਇਦਾ ਨਾ ਕਰੋ। ਉਹ ਕਹਿੰਦੇ ਨਾ ਫਾਇਦਾ ਤਾਂ ਕਰਾਂਗੇ। ਉਹ ਆਪਣੇ ਨਾ ਪੁਰਾਣੇ ਜ਼ਮਾਨੇ 'ਚ ਦਾਨੇ ਵਾਲੀਆ ਸਾਹਿਬ, ਜਿਨ੍ਹਾਂ ਹੁਣ ਨਵੇਂ ਬੱਚਿਆਂ ਨੂੰ ਤਾਂ ਨਹੀਂ ਪਤਾ, ਆਪਾਂ ਨੂੰ ਪਤਾ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਮਤਲਬ ਜਦੋਂ ਪਸ਼ੂ ਬਿਮਾਰ ਹੋ ਜਾਂਦਾ ਸੀ ਤੇ ਪਸ਼ੂ ਨੂੰ ਫਿਰ ਕਾੜਾ ਕੂੜਾ ਦਿੰਦੇ ਹੁੰਦੇ, ਸਲੋਤਰੀ ਦੇ ਕਹੇ ਤੇ ਢਾ ਲੈਂਦੇ ਸੀ। ਉਦੋਂ ਡੰਗਰ ਡਾਕਟਰ ਨਹੀਂ ਕਹਿੰਦੇ, ਸਲੋਤਰੀ ਕਹਿੰਦੇ ਹੁੰਦੇ ਸੀ। ਸਲੋਤਰੀ ਦੇ ਕਹੇ ਦੇ ਉੱਤੇ ਫਿਰ ਉਹਨੂੰ ਪਹਿਲਾਂ ਧਲੈਰਾ ਧਲੂਰਾ ਪਾਉਂਦੇ, ਢਾ ਲੈਂਦੇ ਜੀ। ਮੈਂ ਕਹਿੰਦਾ ਨਾਲ ਦਿੰਦੇ, ਉਹਦੇ ਹਲਕ 'ਚ ਮਾਰਦੇ, ਉਹ ਜਿਹੜੀ ਹਲਕ 'ਚ ਨਾਲ ਦਿੰਦੇ ਸੀ ਨਾ, ਨਾਲ ਦੇ ਕੇ ਤੇ ਉਹਦੇ ਅੰਦਰ ਸਿੱਟਦੇ ਸੀ। ਹੁਣ ਆਪਣੇ ਹਲਕ ਦੇ ਵਿੱਚ ਦਿੰਦੇ ਆ ਨਾਲ ਵੀ ਇਹ ਤੁਸੀਂ ਕਾਨੂੰਨ ਛਕੋ। ਕਿਸਾਨ ਕਹਿੰਦੇ ਅਸੀਂ ਨਹੀਂ ਛਕਦੇ, ਸਾਨੂੰ ਮਾਰਦੇ ਕਿਉਂ? ਉਹ ਕਹਿੰਦੇ ਨੇ ਤੁਹਾਡਾ ਫਾਇਦਾ ਕਰੂਗਾ। ਇਹ ਹੁਣ ਫਾਇਦਾ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਦਾ ਫਾਇਦਾ ਹੋਣਾ ਵੀ ਕੀ ਹੋਣਾ। ਪਰ ਜਦੋਂ ਉਹ ਰੋਂਦੇ ਪਿੱਟਦੇ ਆ ਫਿਰ ਕਹਿੰਦੇ ਇਹ ਗੱਲ ਵੀ ਨਹੀਂ ਕਰਨੀ, ਤੁਸੀਂ ਮੰਨੋ ਸਾਡੇ ਕਾਨੂੰਨ ਮੰਨੋ। ਇਸ ਵਾਸਤੇ ਜੀ ਕੇਰਾ ਉਹਨਾਂ ਨੇ ਕਹਿ ਦਿੱਤਾ ਜੀ ਕਿ ਕੱਲ੍ਹ ਨੂੰ ਹੋਊਗੀ, ਪਰ ਨਾਲ ਅਗਲੀ ਗੱਲ ਕਹਿਤੀ ਏਜੰਡਾ ਵੀ ਤੈਅ ਕਰਤਾ ਜੀ। ਕਹਿੰਦੇ ਜੀ ਅਸੀਂ ਕੱਲ੍ਹ ਨੂੰ ਜਿਹੜੀ ਗੱਲ ਕਰਾਂਗੇ, ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਬਦਲਵੇਂ ਜਿਹੜੇ ਹੈਗੇ ਵਿਚਾਰਾਂ ਨਾਲ ਆਉਣ। ਜਿਹੜੇ ਖੇਤੀ ਕਾਨੂੰਨ ਹੈ ਤਾਂ ਕਹਿੰਦੇ ਰੱਦ ਅਸੀਂ ਕਰਨੇ ਨਹੀਂ, ਕੋਈ ਹੋਰ ਗੱਲ ਕਰਨੀ ਤਾਂ ਕੋਈ ਹੋਰ ਗੱਲ ਨਹੀਂ, ਤੁਸੀਂ ਬਦਲਵੇਂ ਉਹਦੇ ਤੇ ਗੱਲ ਕਰੋ। ਆਉਣ ਨੂੰ ਇਹ ਵੀ ਨਹੀਂ ਕਹਿੰਦੇ ਨਾ ਆਓ, ਕਹਿੰਦੇ ਆਓ ਵੀ ਜ਼ਰੂਰ। ਮਤਲਬ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨੂੰ ਥਕਾ ਦਿਓ। ਇਹ ਆਹੀ ਗਲਤਫਹਿਮੀ ਹੈ ਨਰਿੰਦਰ ਮੋਦੀ ਦੀ ਤੇ ਉਹਦੀ ਸਰਕਾਰ ਦੀ ਕਿ ਇਹ ਭਾਵੇਂ ਟਾਈਮ ਬਾਈ ਕਰਨਾ ਚਾਹੁੰਦੇ ਹੈ, ਲੇਕਿਨ ਮੇਰੀ ਸਮਝ ਇਹ ਹੈ ਕਿ ਇਹ ਕਿਸਾਨਾਂ ਨੂੰ ਥਕਾਉਂਦੇ ਆਪਦੇ ਲਈ ਐਡਾ ਇਹ ਇੱਕ ਪੰਗਾ ਛੇੜ ਲੈਣਗੇ, ਉਹ ਔਖਾ ਹੋ ਜਾਊ। ਉਹਦੇ ਇਹਨਾਂ ਦੇ ਬਸ ਦਾ ਰੋਗ ਨਹੀਂ ਰਹਿਣਾ। ਹੁਣ ਤੁਸੀਂ ਦੇਖੋ ਵੀ ਉਹ ਆ ਗਈ ਹੈ ਸਟੇਟਮੈਂਟ, ਟਕੈਤ ਦੀ ਸਟੇਟਮੈਂਟ ਆਈ ਗਈ ਹੈ। ਟਕੈਤ ਨੇ ਕਹਿ ਦਿੱਤਾ ਜੀ, ਪਹਿਲਾਂ ਤਾਂ ਇਹ ਸੀ ਨਾ ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਾਂ, ਕੋਈ ਕਹਿੰਦੇ 3 ਮਹੀਨਿਆਂ ਦਾ। ਹੁਣ ਜਿਸ ਕਿਸਮ ਦਾ ਰਾਸ਼ਨ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ, ਜਿਸ ਕਿਸਮ ਦੀਆਂ ਉੱਥੇ ਫੈਸਿਲਿਟੀ ਜੀ, ਹੁਣ ਤੁਸੀਂ ਪਾਣੀ ਬੋਰ ਹੀ ਲਾ ਲਿਆ ਜੀ ਬੇਲੀਆਂ ਨੇ, ਸਮਰਸੀਬਲ ਪਾਈ ਲਾਈ ਜਾਂਦੇ, ਉਹ ਵੀ ਲਾ ਲਿਆ। ਤੇ ਜਿਵੇਂ ਤੁਹਾਡਾ ਇਹ ਸੀਗਾ ਜਦੋਂ ਬਾਰਿਸ਼ ਆਈ ਹੈ, ਬਾਰਿਸ਼ ਤੋਂ ਪਹਿਲਾਂ ਮਤਲਬ ਕਦੇ ਸੋਚਿਆ ਨਹੀਂ ਸੀ ਕਿ ਤਰਪਾਲਾਂ ਦੀ ਲੋੜ ਪਊਗੀ। ਟਰਾਲੀਆਂ 'ਚ ਤਰਪਾਲਾਂ ਦਾ ਵੀ ਉਚੇਚੇ ਤੌਰ ਤੇ ਪ੍ਰਬੰਧ ਹੋ ਗਿਆ। ਟੀਨ ਦੇ ਵੀ ਜਿਹੜੇ ਹੈਗੇ ਢਾਰੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹਦੇ ਤੋਂ ਇਹ ਵੀ ਗੱਲ ਕਹਿ ਦਿੱਤੀ ਹੈ ਕਿਸਾਨਾਂ ਨੇ ਕਿ ਭੁੱਲ ਜਾਓ ਭਾਈ, 4-6 ਮਹੀਨੇ ਗਰਮੀਆਂ ਤਾਂ ਕੱਢਣੀਆਂ ਸੌਖੀਆਂ ਨਹੀਂ ਜੀ, 4-6 ਮਹੀਨੇ ਨਹੀਂ। ਉਹ ਕਹਿੰਦੇ ਵੀ ਮਈ 2024 ਤੱਕ ਅਸੀਂ ਹੁਣ ਮਈ 2024 ਤੱਕ ਵੀ ਬੈਠ ਸਕਦੇ ਹਾਂ ਜੀ। ਤੇ 2024 ਦੇ ਵਿੱਚ ਹੋਣੀਆਂ ਜੀ ਚੋਣਾਂ ਪਾਰਲੀਮੈਂਟ ਦੀਆਂ ਚੋਣਾਂ ਤੱਕ। ਇਹ ਇੱਥੇ ਬਹੁਤ ਵੱਡੀ ਮਾਰ ਖਾ ਰਹੀ ਹੈ, ਕਿਉਂਕਿ ਆਪਾਂ ਪਹਿਲਾਂ ਵੀ ਬੜੇ ਵਾਰੀ ਗੱਲ ਕੀਤੀ ਹੈ ਦਾਨੇ ਵਾਲੀਆ ਸਾਹਿਬ ਕਿ ਇਹ ਜਿਹੜਾ ਨਾ ਪੰਜਾਬ ਦੇ ਕਰੈਕਟਰ ਨੂੰ ਜਿਹੜਾ ਹੈ, ਪਹਿਲਾਂ ਕਰੈਕਟਰ ਸਮਝਣਾ ਪੈਣਾ ਪੰਜਾਬ ਦਾ ਕਰੈਕਟਰ। ਉਹ ਤੋਂ ਪਹਿਲਾਂ ਮਤਲਬ ਜਿਹੜਾ ਹੈਗਾ ਤੁਸੀਂ ਜਿਹੜੇ ਫੈਸਲੇ ਲੈਂਦੇ ਹੋ ਇਹ ਤੁਹਾਡੇ ਵਾਸਤੇ ਬੇਅਰਥ ਹੈ। ਪੰਜਾਬ ਇੱਕ ਉਹ ਸੂਬਾ ਹੈ ਜਿਹੜਾ ਸੂਬਾ ਹਮੇਸ਼ਾ ਹੀ ਸੰਘਰਸ਼ ਦਾ ਪਿੜ ਰਿਹਾ ਜੀ। ਜਿੰਨੇ ਵੀ ਧਾੜਵੀ ਆਏ ਹੈ, ਜਿੰਨੇ ਵੀ ਹਮਲਾਵਰ ਆਏ ਹੈ ਜੀ, ਉਹ ਮੈਦਾਨੀ ਰਸਤੇ ਰਾਹੀਂ ਜਿਹੜੇ ਆਏ ਹੈ। ਸਿਰਫ ਤੇ ਸਿਰਫ ਆਪਾਂ ਇਕੱਲਾ ਅੰਗਰੇਜ਼ਾਂ ਨੂੰ ਕਹਿ ਦਿੰਦੇ ਕਿ ਸਮੁੰਦਰੀ ਰਸਤੇ ਆਏ ਸੀ। ਅੰਗਰੇਜ਼ ਈਸਟ ਇੰਡੀਆ ਕੰਪਨੀ ਸਮੁੰਦਰੀ ਰਸਤੇ ਆਈ ਸੀਗੀ, ਤੇ ਬਾਕੀ ਜਿਹੜੇ ਸੀਗੇ ਮੁਗਲ ਧਾੜਵੀ ਜੀ, ਉਹ ਸਾਰੇ ਦੇ ਸਾਰੇ ਮੈਦਾਨੀ ਰਸਤੇ ਆਏ ਸੀ। ਔਰ ਸਭ ਤੋਂ ਪਹਿਲਾਂ ਉਹਨਾਂ ਦਾ ਟੱਕਰਾ ਪੰਜਾਬੀਆਂ ਨਾਲ ਹੁੰਦਾ ਸੀ, ਤੇ ਮੁੜਨ ਵੇਲੇ ਵੀ ਟੱਕਰਾ ਪੰਜਾਬੀਆਂ ਨਾਲ ਹੁੰਦਾ ਸੀ। ਪੰਜਾਬੀਆਂ ਨੇ ਉਹਨਾਂ ਨੂੰ ਨੱਕ ਨਾਲ ਚਣੇ ਚਬਾਏ ਵੀ ਹੈ ਜੀ। ਸਿਕੰਦਰ ਵੀ ਜਿਹੜਾ ਹੈ, ਸਿਕੰਦਰ ਮਹਾਨ ਕਹਿੰਦੇ ਆ ਜਿਹਨੂੰ, ਉਹਦਾ ਟੱਕਰਾ ਵੀ ਪੰਜਾਬੀਆਂ ਨਾਲ ਹੀ ਹੋਇਆ ਸੀ। ਤੇ ਰਾਜਾ ਪੋਰਸ ਦੇ ਨਾਲ ਜਦੋਂ ਦਾ ਮੁਕਾਬਲਾ ਹੋਇਆ ਸੀ, ਉਸ ਮੁਕਾਬਲੇ ਤੋਂ ਬਾਅਦ ਉਹਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਦੁਨੀਆ ਜਿੱਤੀ ਨਹੀਂ ਜਾ ਸਕਦੀ, ਉਹਨੂੰ ਵਾਪਸ ਮੁੜਨਾ ਪੈ ਗਿਆ ਸੀ। ਸੋ ਨਰਿੰਦਰ ਮੋਦੀ ਸਮਝੀ ਬੈਠੇ ਆ ਕਿ ਕਸ਼ਮੀਰ ਵਾਲੇ ਜਿਵੇਂ ਆਪਾਂ ਕਸ਼ਮੀਰ ਵਾਲਿਆਂ ਨੂੰ ਕੁੱਟ ਲਿਆ, ਤੇ ਉਵੇਂ ਜਿਵੇਂ ਅਸੀਂ ਇਹਨਾਂ ਨੂੰ ਕੁੱਟ ਲਾਂਗੇ। ਦਾਨੇ ਵਾਲੀਆਂ ਸਭ ਕਈ ਚੀਜ਼ਾਂ ਹੁੰਦੀਆਂ ਬੜੀਆਂ ਇਤਿਹਾਸਕ ਹੁੰਦੀਆਂ। ਜਦੋਂ ਆਪਣੇ ਮੇਰਾ ਇੱਕ ਮਿੱਤਰ ਹੈ ਜੀ,
ਵੈਸੇ ਤਾਂ ਟੀਚਿੰਗ ਲਾਈਨ 'ਚ ਉਹਦਾ ਬੇਟਾ ਆਸਟ੍ਰੇਲੀਆ 'ਚ ਹੈ। ਅੱਛਾ ਜੀ। ਬੇਟਾ ਇੰਜੀਨੀਅਰ ਹੈ। ਉਹ ਆਪਣੇ ਬੇਟੇ ਨੂੰ ਮਿਲਣ ਵਾਸਤੇ ਗਿਆ ਤੇ ਉਸਦੇ ਬੇਟੇ ਦੇ ਨਾਲ ਨਾ ਇੱਕ ਪਠਾਨ ਦੀ ਯਾਰੀ। ਅੱਛਾ ਜੀ। ਉਹ ਪਠਾਨ ਉੱਥੇ ਬਹਿ ਜਾ ਕਰੇ, ਆ ਕੇ ਤੇ ਉਹਦੇ ਨਾਲ ਗੱਲਾਂ ਗੁੱਲਾਂ ਕਰਨ ਲੱਗ ਜਾ ਕਰੇ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਸ਼ਮੀਰ ਵਲ ਰਿਹਾ ਸੀ। ਹੁਣ ਵੀ ਖੈਰ ਕਸ਼ਮੀਰ ਤਾਂ ਬਲੀ ਜਾਂਦਾ ਜੀ। ਤੇ ਇਹ ਉਹ ਆ ਕੇ ਕਹਿੰਦਾ ਵੀ ਅੰਕਲ ਜੀ, ਇਹ ਜਿਹੜੇ ਤੁਹਾਡੇ ਵਾਲੇ ਮੁਸਲਮਾਨ ਹੈ ਇਹ ਐਂ ਕਿਉਂ ਕੁੱਟ ਖਾਈ ਜਾਂਦੇ ਹੈ? 14-15% ਆਬਾਦੀ ਹੈ, ਤੇ ਇੰਨੀ ਕੁੱਟ ਕਿਉਂ ਖਾਂਦੇ ਹੈ? ਉਹ ਆਪਣਾ ਸੱਜਣ, ਚਲੋ ਉਹਨੇ ਆਪਦੀਆਂ ਦਲੀਲਾਂ ਜਿਹੜੀਆਂ ਸ਼ੁਰੂ ਹੋ ਗਈਆਂ। ਕਹਿੰਦਾ ਨਹੀਂ ਜੀ, ਅਸਲ ਦੇ ਵਿੱਚ ਨਾ ਇਹ ਅਸਲ ਮੁਸਲਮਾਨ ਨਹੀਂ ਹੈ। ਉਹ ਕਹਿੰਦਾ ਵੀ ਅਸਲ ਤੇ ਨਕਲ ਦਾ ਕੀ ਹੁੰਦਾ ਹੈ ਜੀ? ਕਹਿੰਦਾ ਜਿਵੇਂ ਅਸੀਂ ਜੰਪਲ ਪਠਾਣਾ, ਸਾਡੇ ਕਹਿੰਦਾ ਪਾਕਿਸਤਾਨ 'ਚ ਦੇਖ ਲਓ, ਅਫਗਾਨਿਸਤਾਨ ਦੇ ਵਿੱਚ ਦੇਖ ਲਓ, ਹੋ ਕੀ ਰਿਹਾ। ਅਸੀਂ ਹੱਟ ਕੁੱਤਕੇ ਨਹੀਂ ਕੱਢ ਦਿੰਦੇ, ਨਾਲ ਦੀ ਨਾਲ ਜਾਂ ਟਾਂਡੇ ਵਾਲੀ ਹੈ ਨਹੀਂ ਜਾਂ ਭਾਂਡੇ ਵਾਲੀ ਹੈ ਨਹੀਂ। ਤੇ ਤੁਹਾਡੇ ਵਾਲੇ, ਫਿਰ ਉਹਨੇ ਆਪ ਹੀ ਕਿਹਾ, ਕਹਿੰਦਾ ਮੈਨੂੰ ਇਉਂ ਲੱਗਦਾ ਵੀ ਤੁਹਾਡੇ ਵਾਲੇ ਮੁਸਲਮਾਨ ਨੇ ਜਿਹੜੇ ਇਹ ਹਿੰਦੂਆਂ ਤੋਂ ਜਿਹੜੇ ਕਨਵਰਟ ਹੋਏ ਸੀ ਉਹ ਹੈ। ਇਸਲਾਮ ਤਾਂ ਇਹਨਾਂ ਨੇ ਗ੍ਰਹਿਣ ਕਰ ਲਿਆ, ਪਰ ਇਹਨਾਂ ਦੇ ਵਿੱਚ ਉਹ ਕੰਡਾ ਹੈ ਨਹੀਂ ਜੀ। ਇੱਥੇ ਹੁਣ ਆਹ ਚੀਜ਼ ਆ ਗਈ ਕਿ ਜਿਹੜੇ, ਚਲੋ ਅਸੀਂ ਨਹੀਂ ਕਹਿੰਦੇ ਉਹਨਾਂ 'ਚ ਕੰਡਾ ਹੈ ਨਹੀਂ, ਜਿਹੜਾ ਪੰਜਾਬ ਦਾ ਹੈ ਨਾ ਮਾਹੌਲ, ਪੰਜਾਬ ਦੇ ਜਿਹੜੇ ਵਸਨੀਕ ਹੈ, ਚਾਹੇ ਮੁਸਲਮਾਨ ਹੋਣ ਤੇ ਚਾਹੇ ਉਹ ਮੈਂ ਕਹਿੰਦਾ ਹਿੰਦੂ ਵੀ ਹੋਣ ਜੀ, ਚਾਹੇ ਸਿੱਖ ਤਾਂ ਹੈਗੇ ਇੱਥੋਂ ਦੇ ਜਿਹੜੇ ਵਸਨੀਕ ਹੈ ਨਾ, ਇਹਨਾਂ ਨੇ ਮਤਲਬ ਜਿਹੜਾ ਹੈਗਾ ਹਮਲਿਆਂ ਦਾ ਵੀ ਮੁਕਾਬਲਾ ਕੀਤਾ ਹੈ। ਇਹਨਾਂ ਨੇ ਧਾੜਵੀਆਂ ਦਾ ਮੁਕਾਬਲਾ ਵੀ ਕੀਤਾ ਤੇ ਧਾੜਵੀ ਭਜਾਏ ਵੀ ਹੈ ਜੀ। ਜਿਵੇਂ ਉਹ ਨਾ ਵੀ ਪੰਜਾਬ ਦੇ ਜੰਮੇ ਦਬੱਲੇ ਵੀ ਹੈ। ਹਾਂ, ਪੰਜਾਬ ਦੇ ਹਿੱਸੇ ਵੀ ਹੈ ਤੇ ਦਬੱਲੇ ਵੀ ਹੈ, ਸਾਰਾ ਕੁਝ ਕੀਤਾ ਹੈ। ਜੇ ਤੁਸੀਂ ਦੇਖੋ ਕਿ ਸੋਮਨਾਥ ਮੰਦਿਰ ਦੇ ਤਖਤੇ ਜਿਹੜੇ ਲਾਹ ਕੇ ਲੈ ਕੇ ਜਾ ਰਹੇ ਸੀ, ਉਹ ਖੋ ਕੇ ਦਰਬਾਰ ਸਾਹਿਬ ਨੂੰ ਲਾਏ ਨਹੀਂ ਜੀ। ਇਹਨਾਂ ਚੀਜ਼ਾਂ ਨੂੰ ਇਹ ਭੁੱਲਦੇ, ਇਹਨਾਂ ਚੀਜ਼ਾਂ ਨੂੰ ਭੁੱਲ ਕੇ ਮਤਲਬ ਕਿ ਜਿਹਨੂੰ ਥਕਾ ਲਾਂਗੇ, ਥੱਕਦੇ ਥੁੱਕਦੇ ਹੈ ਨਹੀਂ। ਸੋ ਪ੍ਰਲੋਂਗ ਕਰਦੇ ਆ, ਲੰਬਾ ਕਰਦੇ ਆ ਵੀ ਟਾਈਮ ਬਾਈ ਕਰ ਲਓ, ਜੋ ਕਰ ਲਓ ਬਾਹਰ ਕਰ ਲਓ। ਮੇਰਾ ਖਿਆਲ ਹੈ ਚ ਨਿਕਲਣਾ ਕੱਖ ਹੈ ਨਹੀਂਗਾ। ਕੇਰਾ ਇਹਨਾਂ ਨੇ ਠੀਕ ਹੈ ਕਹਿ ਤਾਂ ਕੱਲ੍ਹ ਨੂੰ ਕਰ ਲਾਂਗੇ ਜੀ, ਪਰਸੋਂ ਕਰ ਲਾਂਗੇ, ਪਰ ਅਲਟੀਮੇਟਲੀ ਜਿਸ ਕਿਸਮ ਦੀ ਇਹ ਲਹਿਰ ਬਣ ਗਈ ਹੈ, ਲਹਿਰ ਤਾਂ ਹੁਣ ਆਪਾਂ ਬੜੇ ਵਾਰੀ ਕਹਿ ਰਹੇ, ਕਿੰਨੀ ਕਹੀ ਚੱਲਾਂਗੇ ਕਿ ਜਨਤਕ ਲਹਿਰ ਬਣ ਕੇ ਹੁਣ ਤਾਂ ਕੌਮਾਂਤਰੀ ਲਹਿਰ ਬਣ ਗਈ। ਬਿਲਕੁਲ ਕੌਮਾਂਤਰੀ ਲਹਿਰ ਹੈ। ਕੌਮਾਂਤਰੀ ਲਹਿਰ ਨੂੰ ਤੁਸੀਂ ਕਿਵੇਂ ਹਰਾ ਦਿਓਗੇ? ਤੁਸੀਂ ਜਾਂ ਤਾਂ ਵੀ ਤੁਹਾਨੂੰ ਫਿਰ ਇੱਕ ਜਲਿਆਂਵਾਲਾ ਬਾਗ ਕਰਨਾ ਪਊਗਾ, ਜਾਂ ਤੁਹਾਨੂੰ ਫਿਰ ਵੀ ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਵਰਗਾ ਉਹ ਕੁਛ ਕਰਨਾ ਪਊਗਾ। ਕਿੰਨੇ ਕੁ ਲੋਕਾਂ ਨੂੰ ਤੁਸੀਂ ਮਾਰ ਦੋਗੇ, ਕਿੰਨੇ ਕੁ ਖਤਮ ਕਰ ਦੋਗੇ? ਇਹ ਜਿਹੜੇ ਹੈਗੇ ਪੰਜਾਬੀ ਤਾਂ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਬੈਠੇ, ਔਰ ਹਰ ਪੰਜਾਬੀ ਦੀ ਦੁਨੀਆ ਦੇ ਕਿਤੇ ਵੀ ਹਿੱਸੇ ਦੇ ਵਿੱਚ ਬੈਠਾ ਹਰ ਪੰਜਾਬੀ ਦੀ ਜਿਹੜੀ ਤਾਰ ਹੈ ਉਹ ਪੰਜਾਬ ਨਾਲ ਜੁੜਦੀ ਹੈ। ਬਿਲਕੁਲ। ਤੇ ਬਿਲਕੁਲ ਜਿਵੇਂ ਤੁਸੀਂ ਆਖਿਆ ਕਿ ਪੰਜਾਬੀ ਦੀ ਤਾਰ ਨਾਲ ਜੁੜਦੀ ਹੈ ਤੇ ਪੰਜਾਬੀ ਦੀ ਕਿਸਾਨੀ ਨਾਲ ਜੁੜਦੀ ਹੈ। ਜਿਵੇਂ ਮੈਂ ਤੁਹਾਨੂੰ ਕੱਲ੍ਹ ਵੀ ਤੁਹਾਡੇ ਨਾਲ ਆਏ ਨਹੀਂ ਸੀ ਤੁਸੀਂ, ਮੈਂ ਗੱਲ ਕਰ ਰਹੀ, ਮੈਂ ਕਿਹਾ ਵੀ ਜਿਹੜਾ ਸਾਡਾ ਜਿਵੇਂ ਹਬੋਰ ਇਲਾਕਾ ਨਾ, ਇੱਥੇ ਤੁਸੀਂ ਦੇਖੋਗੇ ਤੁਹਾਨੂੰ ਆਮ ਤੌਰ 'ਤੇ ਆਪਾਂ ਕਹਿੰਦੇ ਵੀ ਜਾਟੀ ਖੇਤੀ ਕਰਦੇ ਨੇ ਜਾਂ ਜਾਟ ਖੇਤੀ ਕਰਦੇ ਆ, ਪਰ ਜੇ ਤੁਸੀਂ ਇੱਥੇ ਦੇਖੋਗੇ ਘੁਮਿਆਰ ਬਰਾਦਰੀ ਨਾਲ ਸੰਬੰਧਿਤ ਬੜੇ ਪਿੰਡ ਨੇ, ਉੱਥੇ ਬਹੁਤ ਅਮੀਰ ਆਦਮੀ ਨੇ, ਕੰਬੋਜ ਨੇ, ਚਲੋ ਤਾਂ ਕਿਸਾਨੀ ਕਰਦੇ ਹੀ ਕਰਦੇ ਆ, ਪਰ ਖੱਤਰੀ, ਅਰੋੜੇ ਸਿੱਖ, ਬਿਲਕੁਲ ਠੀਕ ਹੈ ਜੀ, ਬਾਣੀਏ, ਹਾਂ ਠੀਕ ਹੈ, ਬਾਣੀਆਂ ਦੇ ਪਿੰਡ ਹੈਗੇ ਆ, ਬਿਲਕੁਲ। ਸੋ ਉਹ ਚੀਜ਼ਾਂ ਨੇ। ਤੇ ਇੱਥੇ ਜਿਹੜੀ ਖੇਤੀ ਹੈ ਨਾ, ਫਿਰ ਖੇਤੀ ਉਹਦੇ ਲਿੰਕ ਵੀ ਜਿਹੜੇ ਇੱਥੋਂ ਦੀ ਪੰਜਾਬ ਦੀ ਖੇਤੀ ਤੇ ਬੰਬੇ ਤੱਕ ਚੱਲਦੇ ਆ। ਨਹੀਂ, ਉਹ ਦਾਨੀਏਲ ਸਾਹਿਬ ਜੇ ਆਪਾਂ ਗੱਲ ਕਰ ਲਈਏ ਤਾਂ ਮੈਂ ਇੱਥੇ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਪੰਜਾਬ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਬਿਲਕੁਲ, ਭਾਰਤੀ ਖੇਤੀ ਪ੍ਰਧਾਨ ਦੇਸ਼ ਨਹੀਂ, ਪੰਜਾਬ ਉਹਦੇ ਨਾਲੋਂ ਜੇ ਆਪਾਂ ਪੰਜਾਬ ਬਾਕੀ ਭਾਰਤ ਨਾਲੋਂ ਵੱਖਰਾ ਹੈ। ਬਾਕੀ ਭਾਰਤ ਦੇ ਵਿੱਚ ਉਹਨਾਂ ਮਤਲਬ ਜਿਹੜੀ ਹੈਗੀ ਹੈ ਮਿਹਨਤ ਵਾਲੀ ਗੱਲ ਜਿਹੜੀ ਹੈ, ਉਹ ਉੱਥੇ ਉਸ ਕਿਸਮ ਦੀ ਪਿਰਤ ਨਹੀਂ ਸੀ ਜਿਹੜੀ ਪੰਜਾਬ ਦੇ ਵਿੱਚ ਹੈ। ਪੰਜਾਬ ਦਾ ਹਰ ਵਸਨੀਕ ਜਿਹੜਾ ਪਿੰਡਾਂ 'ਚ ਵੱਸਦਾ ਹੈ, ਪਿੰਡਾਂ 'ਚ ਵੱਸਣ ਵਾਲਾ ਬੰਦਾ, ਚਾਹੇ ਉਹ ਬਾਣੀਆ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਉਹ ਦਲਿਤ ਭਾਈਚਾਰੇ 'ਚ ਆਉਂਦਾ, ਚਾਹੇ ਉਹ ਖੱਤਰੀ ਹੈ, ਚਾਹੇ ਕੁਛ ਵੀ ਹੈ ਜੀ, ਉਹਦੇ ਨਾਲ ਜੁੜੇ ਇਹੀ ਕਾਰਨ ਹੈ ਕਿ ਪੰਜਾਬ ਜਿਹੜਾ ਹੈਗਾ ਕੰਪੈਰੇਟਿਵਲੀ ਬਾਕੀ ਭਾਰਤ ਦੇ ਇਹਦੀਆਂ ਰਗਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਨਾ ਜੀ, ਉਹ ਖੂਨਾਂ ਵਾਲੇ ਮਾਰਨ ਵਾਲਾ ਹੈ। ਇੱਥੇ ਕੋਈ ਟਹਿ ਨਹੀਂ ਕਹਿਣ ਦਿੰਦਾ ਕਿਸੇ ਨੂੰ ਜੀ। ਔਰ ਜਿਹੜਾ ਤੁਹਾਡੇ ਵਾਲੇ ਇਲਾਕੇ ਆਪਾਂ ਦੇਖੀਏ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਘੁਮਿਆਰ ਬਰਾਦਰੀ ਹੈ, ਆਪਾਂ ਇਕੱਲਾ ਕਾਸਟ ਦੇ ਨਾਂ ਦੇ ਉੱਤੇ ਜੇ ਗੱਲ ਕਰੀਏ ਤੇ ਜੇ ਅਸੀਂ ਦੁਆਬੇ ਦੀ ਗੱਲ ਕਰ ਲਈਏ ਜੀ, ਦੁਆਬੇ ਦੇ ਵਿੱਚ ਮੇਰੀ ਆਉਣੀ ਜਾਣੀ ਕਾਫੀ ਹੈ। ਚਲੋ ਅਖਬਾਰ ਦੀ ਵਜ੍ਹਾ ਕਾਰਨ ਕੁਝ ਰਿਸ਼ਤੇਦਾਰੀਆਂ ਵੀ ਹੈਗੀਆਂ ਤੇ ਦੁਆਬੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਦੁਆਬੇ ਦੇ ਵਿੱਚ ਜਿਵੇਂ ਸਾਡੇ ਇੱਥੇ ਮਤਲਬ ਕਈ ਵਾਰੀ ਉਹ ਹੁੰਦੇ ਨਾ ਫੁਕਰੇ ਮੁੰਡੇ, ਪੁੱਤ ਜੱਟਾਂ ਦੇ ਲਿਖ ਲੈਂਦੇ, ਤੇ ਮੈਂ ਦੁਆਬੇ ਦੇ ਵਿੱਚ ਲਿਖਿਆ ਪੁੱਤ ਚਮਾਰਾਂ ਦੇ ਵੀ ਲਿਖਿਆ ਹੋਇਆ ਜੀ। ਉੱਥੇ ਫਖਰ ਕਰਦੇ ਕਿਉਂਕਿ ਉਹਨਾਂ ਦੇ ਕੋਲ ਇਕਨੋਮੀ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ, ਉਹਨਾਂ ਦੇ ਕੋਈ ਪੈਸੇ ਧੇਲੇ ਦੇ ਵਿੱਚ ਉਹ ਕਿਸੇ ਨਾਲ ਘੱਟ ਨਹੀਂ ਗਏ। ਏਦਾਂ ਹੀ ਤੁਸੀਂ ਜਦੋਂ ਤੁਸੀਂ ਅਬੋਹਰ ਇਲਾਕੇ ਦੀ ਗੱਲ ਕਰਦੇ ਹੋ, ਫਾਜ਼ਿਲਕਾ ਇਲਾਕੇ ਦੀ ਗੱਲ ਕਰਦੇ ਹੋ, ਇੱਥੇ ਜਿਹੜੇ ਹੈਗੇ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਆ, ਚਾਹੇ ਉਹ ਘੁਮਿਆਰ ਹੈ, ਮੇਰੀ ਯਾਦ ਆ ਜਦੋਂ ਡੀਲਿਮੀਟੇਸ਼ਨ ਹੋਈ ਹੈ ਜੀ, ਆ ਜਿਹੜੀ ਪਿਛਲੀ ਡੀਲਿਮੀਟੇਸ਼ਨ ਹੋਈ ਸੀ, ਜਦੋਂ ਸਾਡਾ ਰਾਮਪੁਰਾ ਫੂਲ ਕੱਢ ਕੇ ਪਾਇਆ ਸੀ ਫਰੀਦਕੋਟ ਹਲਕੇ 'ਚ, ਤੇ ਫਰੀਦਕੋਟ ਹਲਕੇ 'ਚੋਂ ਲੰਬੀ ਕੱਢ ਕੇ ਇਧਰ ਪਾਇਆ ਸੀ, ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਜੀ, ਤੇ ਬਾਦਲ ਸਾਹਿਬ ਦੀ ਪਾਰਟੀ ਦੇ ਜਿਹੜੇ ਹੈਗੇ ਹੈ ਡੀਲਿਮੀਟੇਸ਼ਨ ਕਮੇਟੀ ਦੇ ਵਿੱਚ ਮੈਂਬਰ ਵਾਹਵਾ ਸੀ। ਬਾਦਲ ਸਾਹਿਬ ਬਾਪ ਵੀ ਸੀ, ਬੀਬਾ ਹਰਸਿਮਰਤ ਕੌਰ ਬਾਦਲ ਸੁਖਬੀਰ ਵੀ ਸੀ, ਤੇ ਜਿਹੜਾ ਅੱਜ ਕੱਲ੍ਹ ਮਾਲ ਮੰਤਰੀ ਹੈ ਕਾਂਗੜ, ਇਹ ਉਦੋਂ ਇੰਡੀਪੈਂਡੈਂਟ ਸੀ, ਲੇਕਿਨ ਇੰਡੀਪੈਂਡੈਂਟ ਹੋ ਕੇ ਦਾ ਲਹਾਕ ਅਕਾਲੀ ਦਲ ਦੇ ਨਾਲ ਸੀ, ਇਹਨੇ ਵੀ ਵੋਟ ਉਧਰ ਪਾਈ ਸੀ, ਫਿਰ ਉਹ ਲੰਬੀ ਇਧਰ ਆਈ ਸੀਗੀ ਜੀ। ਇਵੇਂ ਜਿਵੇਂ ਉਸੇ ਡੀਲਿਮੀਟੇਸ਼ਨ ਕਮੇਟੀ ਦੇ ਵਿੱਚ
ਅਬੋਹਰ ਹਲਕੇ ਦੇ ਵਿੱਚੋਂ ਜਿਹੜੀ ਕੁਮਾਰਪੁਰ ਭਾਈਚਾਰਾ ਹੈ, ਉਹ ਬੱਲੂਆਂ ਨੇ ਉਹਨਾਂ ਦਾ ਪ੍ਰਤੀਨਿਧੀ ਮੰਡਲ ਆਇਆ ਸੀ ਔਰ ਉਹਨਾਂ ਨੇ ਆ ਕੇ ਮੰਗ ਕੀਤੀ ਸੀ ਕਿ ਕਾਸਟ ਦੇ ਆਧਾਰ ਦੇ ਉੱਤੇ ਸਾਡੇ ਭਾਈਚਾਰੇ ਦੇ ਪੰਜਾਬ ਦੇ ਵਿੱਚ ਸਾਡੇ ਵਾਸਤੇ ਇੱਕ ਸੀਟ ਤਾਂ ਬਣਾਓ। ਉਹਨਾਂ ਨੇ ਕਿਹਾ ਸਾਡੇ ਲਈ ਸੀਟ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਗੱਲ ਤੁਸੀਂ ਨੋਟ ਕਰੋ ਕਿ ਆਮ ਤੌਰ ਦੇ ਉੱਤੇ ਰਾਜਨੀਤੀ ਦੇ ਵਿੱਚ ਕੌਣ ਅੱਗੇ ਆਉਂਦੇ, ਰਾਜਨੀਤੀ ਦੇ ਵਿੱਚ ਆਉਣ ਦੀ ਇੱਛਾ ਉਹਨਾਂ ਨੂੰ ਪ੍ਰਗਟ ਹੁੰਦੀ ਹੈ ਜਿਹੜੇ ਰੋਟੀ ਖਾਂਦੇ ਜਿਨ੍ਹਾਂ ਦਾ ਢਿੱਡ ਭਰਿਆ ਹੁੰਦਾ, ਉਹ ਫਿਰ ਸੋਚਦੇ ਵੀ ਦੁਆ ਤਾਂ ਅਸੀਂ ਕੀ ਕਰੀਏ। ਜਿਹਦਾ ਇਕਨੋਮੀ ਦੇ ਉੱਤੇ ਕਬਜ਼ਾ ਹੁੰਦਾ ਹੈ, ਜਿਹੜੀ ਐਗਰੀਕਲਚਰ ਇਕਨੋਮੀ ਦੇ ਉੱਤੇ ਜੇ ਪੰਜਾਬ ਦੀ ਧਨੀ ਕਿਸਾਨੀ ਦਾ ਕਬਜ਼ਾ ਹੈ, ਫੇਰ ਹੀ ਧਨੀ ਕਿਸਾਨੀ ਜਿਹੜੀ ਹੈਗੀ ਰਾਜਪਾਗ ਵਾਲੇ ਪਾਸੇ ਨੂੰ ਜਾਂਦੀ। ਬਿਲਕੁਲ ਸਾਡਾ ਮਾਲਵਾ ਜਿਹੜਾ ਬਿਲਕੁਲ ਨਜ਼ਰਅੰਦਾਜ਼ ਹੁੰਦਾ ਸੀ, ਆਪਾਂ ਦੇਖੀਏ 70 ਤੋਂ ਪਹਿਲਾਂ ਜੀ, ਤੇ ਹੁਣ ਹਰ ਚੀਫ ਮਿਨਿਸਟਰੀ ਮਾਲਵੇ ਚੋਂ ਬਣ ਰਿਹਾ। ਉਹਦੇ ਚ ਕਾਰਨ ਹੈ ਕਿ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਥੋੜਾ ਜਿਹਾ ਪੈਸਾ ਹੈ, ਉਸ ਪੈਸੇ ਦੀ ਵਜ੍ਹਾ ਕਾਰਨ ਜਿਹੜੀ ਇੱਥੋਂ ਦੀ ਧਨੀ ਕਿਸਾਨੀ ਉਸ ਪਾਸੇ ਨੂੰ ਪੈ ਗਈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਜੀ। ਤੇ ਉਧਰ ਫਿਰ ਢਿੱਲੋਂ ਸਾਹਿਬ ਕੱਲ ਤਾਂ ਹੈਰਾਨੀ ਸੀ ਵੀ ਪੀਲੀਆਂ ਹੀ ਚੁੰਡੀਆਂ। ਮੈਂ ਕਿਹਾ ਜਿੱਥੋਂ ਤੱਕ ਨਿਗਾਹ ਜਾਂਦੀ ਸੀ ਨਾ, ਤੇ ਕੈਮਰੇ ਦਾ ਲੈਂਸ ਦੀ ਉਹ ਕਹਿੰਦੇ ਹੁੰਦਾ ਰੇਂਜ ਮੁੱਕ ਜਾਂਦੀ ਸੀ, ਤੇ ਬੀਬੀਆਂ ਨੇ ਫਿਰ ਮਾਰਤਾ ਲਲਕਾਰ, ਅਸੀਂ ਰੋਟੀ ਨਹੀਂ ਜ਼ਮੀਨਾਂ ਵੀ ਛਡਾਉਣ ਜਾਣਦੀਆਂ। ਦਾਨੇਵਾਲੀਆ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਸਿੰਘੂ ਬਾਰਡਰ ਤੋਂ ਲੈ ਕੇ ਟਿੱਕਰੀ ਤੱਕ ਤੇ ਸਾਰੇ ਬਾਰਡਰਾਂ ਤੋਂ ਲੈ ਕੇ ਧਨੌਲਾ ਤੇ ਉਧਰੋਂ ਤੁਹਾਡਾ ਅਬੋਹਰ ਦੇ ਇਲਾਕੇ ਦੇ ਵਿੱਚ ਜੈਨੀ ਸਾਹਿਬ ਦਾ ਪਿੰਡ, ਇੱਥੋਂ ਤੱਕ ਦੇਖੀਏ ਤਾਂ ਬਿਲਕੁਲ ਜਿਹੜੀਆਂ ਪੀਲੀਆਂ ਚੁੰਨੀਆਂ, ਜਿਹੜੀ ਪੀਲੀ ਨਹੀਂ ਕਵਾਂਗੇ ਆਪਾਂ, ਇਹਨੂੰ ਕਵਾਂਗੇ ਜਿਹੜੀ ਇਹ ਸੰਘਰਸ਼ ਦਾ ਪ੍ਰਤੀਕ ਹੈ। ਜਿਹੜਾ ਇਹ ਲਿਵਾਸ ਆ ਉਹਨਾਂ ਦਾ, ਇਹ ਸੰਘਰਸ਼ ਦਾ ਪ੍ਰਤੀਕ ਹੈ। ਔਰ ਉਹ ਸੰਘਰਸ਼ੀਲ ਬੀਬੀਆਂ ਨੇ ਜਦੋਂ ਲੈ ਕੇ ਕੱਲ ਮੋਰਚੇ ਸੰਭਾਲੇ ਹੋਏ ਸੀ, ਮੈਂ ਸਵੇਰੇ ਅਖਬਾਰਾਂ ਦੇ ਉੱਤੇ ਦੇਖ ਰਿਹਾ ਸੀਗਾ ਕਿ ਇਹਨਾਂ ਸਾਰੇ ਮੋਰਚਿਆਂ ਤੇ ਸਿੰਘੂ ਹੋ ਗਿਆ, ਟਿੱਕਰੀ ਹੋ ਗਿਆ, ਜਿਹੜੀਆਂ ਕਾਨਫਰੰਸਾਂ ਹੋਈਆਂ ਜੀ, ਕੱਲ ਮਰਦ ਬਿਲਕੁਲ ਪਿੱਛੇ ਸੀ। ਮੰਚ ਸੰਚਾਲਕ ਵੀ ਬੀਬੀਆਂ ਜੀ, ਐਡਰੈਸ ਕਰਨ ਵਾਲੀਆਂ ਵੀ ਬੀਬੀਆਂ, ਸਾਹਮਣੇ ਬੈਠੀਆਂ ਵੀ ਬੀਬੀਆਂ, ਔਰ ਜਿਹੜਾ ਹੈਗਾ ਕੰਟਰੋਲ ਸਾਫ਼ ਸਫਾਈ ਤੋਂ ਲੈ ਕੇ ਲੰਗਰ ਪਾਣੀ ਤੱਕ ਦਾ ਸਾਰਾ ਕੰਮ ਉਹਨਾਂ ਨੇ ਆਪ ਸੰਭਾਲਿਆ। ਆਪ ਸੰਭਾਲ ਕੇ ਉਹਨਾਂ ਨੇ ਦੱਸਤਾ ਕਿ ਅਸੀਂ ਵੀਰਾਂਗਨਾ, ਉਹਨਾਂ ਨੇ ਦੱਸਤਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਜੀ। ਮਾਈ ਭਾਗੋ ਨੇ ਤਾਂ ਜਦੋਂ ਵਿਦਾਵਾ ਆਪਾਂ ਹੁਣ ਮਾਘ ਦੇ ਮਹੀਨੇ ਦੇ ਵਿੱਚ ਸ਼ਾਮਲ ਹੋ ਗਏ ਹਾਂ, ਤੇ ਮਾਘੀ ਦੇ ਮੌਕੇ ਦੇ ਉੱਤੇ ਜਦੋਂ ਮਤਲਬ 40 ਮੁਕਤਿਆਂ ਨੇ ਮੁਕਤੀ ਹਾਸਲ ਕੀਤੀ ਸੀ ਜੀ। ਭਾਈ ਮਹਾਂ ਸਿੰਘ ਹੋਰੀ ਜਦੋਂ ਜ਼ਖਮੀ ਹੋਏ ਤੇ ਗੁਰੂ ਸਾਹਿਬ ਨੇ ਆਪਣੀ ਬੁੱਕਲ ਦੇ ਵਿੱਚ ਰੱਖ ਕੇ ਉਹਨੂੰ ਲੈ ਕੇ ਕਿਹਾ ਕਿ ਪੱਟ ਦੇ ਉੱਪਰ ਰੱਖ ਕੇ ਮਹਾਂ ਸਾਹਿਬ ਮੰਗ ਕੀ ਮੰਗਦਾ, ਤੇ ਉਹਨੇ ਕਿਹਾ ਸੀ ਗੁਰੂ ਸਾਹਿਬ ਜਿਹੜਾ ਤੁਹਾਡੇ ਕੋਲੇ ਵਿਦਾਵਾ ਨਾ, ਤੇ ਇਹਨੂੰ ਵਿਦਾਵਾ ਪਾੜ ਦਿਓ ਜੀ। ਉਹ ਵਿਦਾਵਾ ਲਿਖ ਕੇ ਦੇ ਗਏ ਸੀ ਕਿ ਗੁਰੂ ਸਾਹਿਬ ਅਸੀਂ ਸਾਥੋਂ ਲੜਾਈ ਨਹੀਂ ਚੱਲਦੀ, ਆ ਲਓ ਅਸੀਂ ਤੁਹਾਨੂੰ ਵਿਦਾਵਾ ਦੇ ਗਏ। ਤੇ ਮਾਈ ਭਾਗੋ ਨੇ, ਮਾਤਾ ਭਾਗੋ ਨੇ ਫਿਰ ਕਿਹਾ ਸੀ ਵੀ ਆਹ ਚੱਕੋ ਚੂੜੀਆਂ ਤੇ ਅਸੀਂ ਚੱਕਦੀਆਂ ਤਲਵਾਰਾਂ, ਅਸੀਂ ਜੰਗ ਲੜਦੀਆਂ ਜੀ। ਜੇ ਜੰਗ ਲੜਨ ਵਾਸਤੇ ਸਾਡੀਆਂ ਮਾਵਾਂ ਭੈਣਾਂ ਆ ਸਕਦੀਆਂ, ਤੇ ਇਹ ਉਹ ਤਾਂ ਜੰਗ ਸੀ ਫਿਜ਼ੀਕਲ ਜੰਗ, ਲੜਾਈ ਲੜਨ ਵਾਲੀ ਤੇ ਜ਼ਮੀਨਾਂ ਬਚਾਉਣ ਵਾਲੀ ਗੱਲ ਹੈ। ਹੁਣ ਮੇਰੇ ਯਾਦ ਆਉਂਦਾ ਜਦੋਂ ਆਪਾਂ ਗੱਲ ਕਰਦੇ ਨਾ ਬੀਬੀਆਂ ਦੀ ਤਾਕਤ ਦੀ, 3 ਸਾਲ ਮੇਰੇ ਖਿਆਲ ਪਾਰਲੀਮੈਂਟ ਦੀ ਚੋਣ ਤੋਂ ਪਹਿਲਾਂ ਦੀ ਗੱਲ ਹੈ, ਮੈਂ 2 ਰੈਲੀਆਂ ਦੇਖੀਆਂ ਸੀ। ਇੱਕ ਰੈਲੀ ਤਾਂ ਤੁਸੀਂ ਵੀ ਨਾਲ ਸੀਗੇ ਜੀ, ਇੱਕ ਹੋਈ ਸੀ ਧੂਰੀ ਤੇ ਦੂਜੀ ਹੋਈ ਸੀ ਬਰਨਾਲੇ। ਉਹ ਸਲੋਗਨ ਸੀ, ਉਹ ਕੁੜੀ ਸੀਗੀ ਉੱਥੇ ਆਪਣਾ ਜਿਹੜਾ ਗੋਲਡੀ MLA ਉਹਦੀ ਵਾਈਫ ਹੈ ਸਿਮਰਤ ਕੰਗੂਆ, ਉਹਨੇ ਜਿਹੜੀਆਂ ਸੀ ਰੈਲੀਆਂ ਆਯੋਜਿਤ ਕੀਤੀਆਂ ਸੀ, ਤੇ ਉਹ ਰੈਲੀ ਦਾ ਸਲੋਗਨ ਪਤਾ ਕੀ ਸੀ? ਅੱਧੀ ਆਬਾਦੀ ਪੂਰਾ ਹੱਕ। ਤੇ ਹੁਣ ਜਿਹੜੀ ਅੱਧੀ ਆਬਾਦੀ ਆ ਪੂਰਾ ਹੱਕ ਨਹੀਂ, ਉਹ ਕਹਿੰਦੀ ਪੂਰਾ ਮੈਦਾਨ। ਤੁਸੀਂ ਮਰਦੋ ਪਾਸੇ ਹੋ ਜਾਓ ਤੇ ਅਸੀਂ ਹੈਗੇ। ਔਰ ਜਿਹੜੀ ਇੱਥੋਂ ਲਲਕਾਰ ਮਾਰੀ ਹੈ ਨਾ ਜੀ, ਉਸ ਲਲਕਾਰ ਨੇ ਦੱਸਤਾ ਕਿ ਪੰਜਾਬ ਦਾ ਬੱਚਾ ਧੀਆਂ ਭੈਣਾਂ ਤੇ ਮਾਵਾਂ ਜੀ, ਦਾਦੀਆਂ ਤੇ ਨਾਨੀਆਂ, ਇਹ ਵੀ ਸੰਘਰਸ਼ ਦੇ ਵਿੱਚ ਜਿਹੜੀਆਂ ਉਤਰ ਸਕਦੀਆਂ ਤੇ ਉਤਰ ਗਏ। ਅਸੀਂ ਸ਼ਾਹੀਨ ਬਾਗ ਦੀ ਗੱਲ ਕਰਦੇ ਹੁੰਦੇ ਹਾਂ, ਸ਼ਾਹੀਨ ਬਾਗ ਦੇ ਵਿੱਚ ਦਾਦੀਆਂ ਤੇ ਨਾਨੀਆਂ ਉਤਰ ਗਈਆਂ ਸੀ ਜੀ, ਪਰ ਜਦੋਂ ਅਸੀਂ ਸਾਡੇ ਸਿੱਖ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ, ਪੰਜਾਬ ਦੇ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ, ਸਾਡੀਆਂ ਦਾਦੀਆਂ ਨਾਨੀਆਂ ਤਾਂ ਫਿਰ ਮਾਈ ਭਾਗੋ ਵੇਲੇ ਦੀਆਂ ਚਲੀਆਂ ਹੋਈਆਂ। ਬਿਲਕੁਲ ਜੀ, ਠੀਕ ਨਾ। ਉਸ ਵੇਲੇ ਤੋਂ ਲੈ ਕੇ ਜਿਹੜਾ ਇਹਨਾਂ ਨੇ ਕੱਲ ਆ ਸੰਘਰਸ਼ ਦਾ ਜਿਹੜਾ ਦਿਖਾਇਆ, ਇਹ ਇੱਕ ਟ੍ਰੇਲਰ ਹੈ। ਇਹ ਦਿੱਲੀ ਨੂੰ ਇੱਕ ਟ੍ਰੇਲਰ ਦਿਖਾਇਆ ਕਿ ਥੱਲੇ ਤੋਂ ਲੈ ਕੇ ਧਨੌਲੇ ਤੋਂ ਲੈ ਕੇ ਤੇ ਅਬੋਹਰ ਤੋਂ ਲੈ ਕੇ ਜੀ ਦਿੱਲੀ ਤੱਕ ਜੇ ਇਹ ਸਾਰਾ ਕੰਟਰੋਲ ਅਸੀਂ ਆਪ ਸੰਭਾਲ ਸਕਦੀਆਂ, ਇਕੱਲੀਆਂ ਰੋਟੀਆਂ ਨਹੀਂ ਪਕਾਉਣ ਜਾਣਦੀਆਂ। ਇਹ ਮਤ ਸੋਚੋ ਕਿ ਬੀਬੀਆਂ ਸਿਰਫ ਰਸੋਈਆਂ ਦੇ ਵਿੱਚ ਵੜ ਕੇ ਜਾਂ ਚੁੱਲ੍ਹਿਆਂ ਚੌਕਿਆਂ ਤੇ ਬੈਠ ਕੇ ਜਾਂ ਤੰਦੂਰਾਂ ਦੇ ਉੱਤੇ ਖੜ ਕੇ ਪਾਣੀ ਵਾਲੇ ਹੱਥ ਦੇ ਨਾਲ ਰੋਟੀਆਂ ਲਾਉਣ ਜਾਣਦੀਆਂ, ਉਹ ਚਨੇ ਵੀ ਚਬਾਉਣ ਜਾਣਦੀਆਂ, ਜ਼ਮੀਨਾਂ ਬਚਾਉਣ ਵੀ ਜਾਣਦੀਆਂ। ਔਰ ਬਹੁਤ ਵਧੀਆ ਉਦਮ ਹੈ ਬੀਬੀਆਂ ਦਾ। ਮੈਂ ਕਹਿੰਦਾ ਵੀ ਇਹੀ ਚੀਜ਼ ਹੈ ਜੀ, ਜਦੋਂ ਧੀਆਂ ਭੈਣਾਂ ਬੱਚੇ ਤੇ ਬੁੱਢੇ ਇਹ ਸਾਰੇ ਜਵਾਨਾਂ ਦੇ ਨਾਲ ਮਿਲ ਕੇ ਸੰਘਰਸ਼ ਲੜਨ ਵਾਸਤੇ ਤਿਆਰ ਹੋਣ। ਦਾਨੇਵਾਲੀਆ ਸਾਹਿਬ, ਉਸ ਭਾਈਚਾਰੇ ਨੂੰ ਹਰਾਊ ਕੌਣ? ਕੋਈ ਨਹੀਂ ਹਰਾ ਸਕਦਾ। ਜਦੋਂ ਸਾਰੇ ਹੀ ਮਾਰਨ ਵਾਸਤੇ ਤਿਆਰ ਹੋਣ, ਤੁਸੀਂ ਕਰੋਗੇ ਕੀ? ਪਤਾ ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿਹੜੀ ਦੁਨੀਆ 'ਚ ਰਹਿੰਦੇ, ਸੋਚੀ ਕੀ ਜਾਂਦੇ ਦਿੱਲੀ ਬੈਠ ਕੇ। ਔਰ ਨਾਲ ਜੇ ਅਸੀਂ ਦੇਖੀਏ ਤਾਂ ਜਿਹਨੇ ਪੰਜਾਬ ਨਾਲ ਅੱਜ ਤੱਕ ਮੱਥਾ ਲਾਇਆ ਹੈ, ਉਹ ਤਾਂ ਕਦੇ, ਮੈਂ ਹੁਣ ਕੱਲ ਇੱਕ ਦੇਖ ਰਿਹਾ ਸੀ ਜੀ, ਬੜੀਆਂ
ਅਜੀਬੋ ਗਰੀਬ ਜਿਹੜੀਆਂ ਰਚਨਾਵਾਂ ਆ ਰਹੀਆਂ, ਗੀਤ ਆ ਰਹੇ ਹੈ ਜੀ। ਮਿਰਜ਼ਾ ਸਾਡਾ ਮਤਲਬ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿਸਮ ਦਾ ਪੰਜਾਬ ਦੇ ਲੋਕ ਗੀਤਾਂ ਦਾ ਨਾਇਕ ਹੈ। ਤੇ ਮਿਰਜ਼ੇ ਦੀ ਜਿਹੜੀ ਹੇਕ ਹੈ, ਕੋਈ ਮਿਰਜ਼ੇ ਦੀ ਹੇਕ ਲਾ ਸਕਦਾ। ਕੱਲ ਮੈਂ ਇੱਕ ਗੀਤ ਸੁਣ ਰਿਹਾ ਸੀ, ਮੱਖਣ ਬਰਾੜ ਹੈ ਕੋਈ ਗਾਇਕ ਆਪਣਾ ਲਿਖਾਰੀ ਜੀ, ਉਹਦਾ ਗੀਤ ਲਿਖਿਆ ਤੇ ਇੱਕ ਬੀਬੀ ਹੇਕ ਲਾ ਰਹੀ ਸੀ। ਉਹ ਬੀਬੀ ਦਾ ਹੁਣ ਮੈਂ ਸਾਰਾ ਗੀਤ ਤਾਂ ਮੇਰੇ ਯਾਦ ਨਹੀਂ, ਤੇ ਨਾਪਾ ਉਹਦਾ ਜਿਹੜਾ ਭਾਵ ਅਰਥ ਨਿਕਲਦਾ ਹੈ ਕਿ ਜਦੋਂ ਇੱਕ ਬੀਬੀ ਇੱਕ ਵਿਅਕਤੀ ਨੇ ਨਾ ਇੱਕ ਚਿੱਠੀ ਲਿਖੀ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਸਤਿਕਾਰਯੋਗ ਮਾਤਾ ਨੂੰ ਜੀ, ਕਿ ਜੀ ਤੁਸੀਂ ਮੋਦੀ ਸਾਹਿਬ ਨੂੰ ਕੁਝ ਸਮਝਾਓ ਕਿ ਪੁੱਠੇ ਪਾਸੇ ਕਿਉਂ ਪੈ ਗਏ, ਕਿਸਾਨਾਂ ਨਾਲ ਪੰਗੇ ਕਿਉਂ ਲੈਣੇ। ਤੇ ਫਿਰ ਉਹ ਮਾਤਾ ਕਹਿੰਦੇ ਵੀ ਮੋਦੀ ਸਾਹਿਬ ਨੂੰ ਉਲਾਂਭਾ ਦਿੰਦੀ ਹੈ ਜੀ, ਨਿਹੋਰਾ ਮਾਰਦੀ ਹੈ ਵੀ ਮੈਂ ਬਹੁਤ ਵੱਡਾ ਜਿਹੜਾ ਹੈ ਨਾ ਗੁਨਾਹ ਕਰ ਲਿਆ ਤੈਨੂੰ ਪੈਦਾ ਕਰਕੇ, ਤੂੰ ਕਿਹੜੇ ਪਾਸੇ ਨੂੰ ਪਿਆ। ਹੁਣ ਹਾਲਾਤ ਤਾਂ ਇਹ ਬਣੇ ਪਏ ਜੀ ਜੀ ਕਿ ਤੁਹਾਡੇ ਲੋਕ ਗੀਤਾਂ ਦੇ ਵਿੱਚ ਵੀ ਜਦੋਂ ਇਸ ਕਿਸਮ ਦੀਆਂ ਗੱਲਾਂ ਆਉਣ ਲੱਗ ਜਾਣ, ਤੁਹਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਝਾੜੂ ਫੜੇ ਹੋਏ ਸੀਗੇ ਜੀ, ਤੇ ਉਹ ਝੰਡੇ ਫੜ ਕੇ ਅਦਾਲਤਾਂ ਆਪਣਾ ਤੁਹਾਡੇ ਮੈਦਾਨ ਦੇ ਵਿੱਚ ਨਿੱਤਰਦੀਆਂ, ਜਿਹੜੇ ਲੀਡਰ ਪੰਜਾਬ ਦੇ ਹਵਾ ਦੇ ਵਿੱਚ ਸਾਹ ਲੈਂਦੇ ਆ, ਪੰਜਾਬ ਦਾ ਲੰਗਰ ਪਾਣੀ ਛਕਦੇ, ਇੱਥੋਂ ਦੀ ਪੈਦਾ ਹੋਈ ਫਸਲ ਦਾ, ਤੇ ਜਦੋਂ ਪੰਜਾਬ ਦੇ ਹਿੱਤਾਂ ਦੇ ਨਾਲ ਥੋੜਾ ਜਿਹਾ ਦਗਾ ਕਰਦੇ ਆ, ਉਹ ਉਹਨਾਂ ਦੇ ਘਰਾਂ ਤੱਕ ਜਾ ਪਹੁੰਚ ਗਏ ਤੇ ਦਿੱਲੀ ਦੇ ਆਲੇ ਦੁਆਲੇ ਜਾ ਪਹੁੰਚ ਗਏ। ਵਾਕਈ ਸਲੂਟ ਹੈ ਇਹਨਾਂ ਨੂੰ। ਸਲੂਟ ਹੈ ਜੀ, ਬਿਲਕੁਲ ਬਿਲਕੁਲ ਸਲੂਟ ਕਰਦੇ ਹਾਂ ਜੀ। ਤੇ ਢਿੱਲੋਂ ਸਾਹਿਬ, ਹੁਣ ਆ ਜਾਈਏ ਟਰੈਕਟਰ ਰੈਲੀ ਵਾਲੇ ਮਾਮਲੇ ਤੇ। ਹੁਣ ਸੁਪਰੀਮ ਕੋਰਟ ਕਹਿੰਦੀ ਹੈ ਵੀ ਸਰਕਾਰ ਕਿਉਂ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਕਰੀਏ ਕਿ ਟਰੈਕਟਰ ਰੈਲੀ ਹੈ ਜਿਹੜੀ ਐਂ ਕੱਢੋ ਐਂ ਨਾ ਕਰੋ। ਇਹ ਕੀ ਕਹਾਣੀ ਹੋਈ? ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਦੇ ਰਾਹੀਂ ਇੱਕ ਪਟੀਸ਼ਨ ਦਾਇਰ ਕਰਤੀ ਸੀ ਸੁਪਰੀਮ ਕੋਰਟ 'ਚ ਜੀ। ਇਹ ਪਟੀਸ਼ਨ ਦਾਇਰ ਉਦੋਂ ਕੀਤੀ ਜਦੋਂ ਖੇਤੀ ਕਾਨੂੰਨਾਂ ਦੇ ਉੱਤੇ ਸੁਣਵਾਈ ਹੋ ਰਹੀ ਸੀ ਕਿ ਜੀ 26 ਜਨਵਰੀ ਸਾਡਾ ਇਤਿਹਾਸਕ ਤੇ ਸਾਡਾ ਬਹੁਤ ਹੀ ਜਿਹੜਾ ਹੈਗਾ ਅਸੀਂ ਇਹਨੂੰ ਕਹਿ ਸਕਦੇ ਹਾਂ ਇੰਪੋਰਟੈਂਟ ਦਿਵਸ ਹੈ ਜੀ, ਗਣਤੰਤਰਤਾ ਦਿਵਸ ਹੈ। ਇਸ ਮੌਕੇ ਦੇ ਉੱਤੇ ਦਿੱਲੀ ਦੇ ਵਿੱਚ ਝਾਕੀਆਂ ਨਿਕਲਦੀਆਂ, ਪਰੇਡ ਨਿਕਲਦੀ ਹੈ, ਤੇ ਕਿਸਾਨ ਵੀ ਕਹਿੰਦੇ ਆ ਪਰੇਡ ਕਰਨੀ ਹੈ ਅਸੀਂ, ਤੇ ਇਹਦੇ ਨਾਲ ਕਹਿੰਦੇ ਮਰਿਆਦਾ ਭੰਗ ਹੋਊਗੀ ਜੀ। ਬੜਾ ਅਫਸੋਸ ਹੈ ਕਿ ਜਿਹੜਾ ਸਿੰਘੂ ਬਾਰਡਰ ਹੈ ਜਾਂ ਟਿੱਕਰੀ ਬਾਰਡਰ, ਆਪਾਂ ਉੱਥੇ ਜਾ ਕੇ ਖੜੀਏ, ਪਰਲੇ ਪਾਸੇ ਆਪਾਂ ਦੇਖਦੇ ਹਾਂ ਦਿੱਲੀ ਵਾਲੇ ਪਾਸੇ, ਤਾਂ ਉੱਥੇ ਜਿਹੜੇ ਹੈਗੇ ਮਸ਼ੀਨ ਗੰਨਾਂ ਤੇ ਤੁਹਾਡੀਆਂ ਵੱਡੀਆਂ SLR ਲਈ ਖੜੇ ਜਵਾਨ ਖੜੋਤੇ, ਤੇ ਜਦੋਂ ਉਰਲੇ ਪਾਸੇ ਦੇਖਦੇ ਹਾਂ ਤੇ ਉਹ ਕਿਸਾਨਾਂ ਦੇ ਉਹਨਾਂ ਜਵਾਨਾਂ ਦੇ ਬਾਪ ਖੜੇ ਆ। ਜਦੋਂ ਬਾਪ ਤੇ ਬੇਟਾ ਆਮਣੇ ਸਾਹਮਣੇ ਹੋ ਜਾਏ ਤੇ ਸਿਸਟਮ ਉਹਨਾਂ ਨੂੰ ਆਮਣੇ ਸਾਹਮਣੇ ਕਰ ਦੇਵੇ, ਔਰ ਉਸ ਵੇਲੇ ਦੀ ਸਥਿਤੀ ਹੈ ਕਿ ਨਾਲ ਫਿਰ ਕਹਿੰਦੇ ਵੀ ਇਹਨਾਂ ਨੂੰ ਕੁਚਲਣ ਵਾਸਤੇ ਆਪਾਂ ਗੋਲੀ ਸਾਡੇ ਤੇ ਨਾ ਕੋਈ ਉਲਾਂਭਾ ਆਵੇ, ਜੇ ਗੋਲੀ ਚਲਾਉਣੀ ਪਵੇ ਤਾਂ ਅਦਾਲਤ ਤੋਂ ਪ੍ਰਵਾਨਗੀ ਲੈ ਲਓ। ਐਪਲੀਕੇਸ਼ਨ ਦੇਤੀ, ਲਓ ਜੀ ਕਹਿੰਦੇ ਤੁਸੀਂ ਸਾਨੂੰ ਇਜਾਜ਼ਤ ਦੇ ਦਿਓ ਵੀ ਅਸੀਂ ਇਹਨੂੰ ਕਿਵੇਂ ਕਰੀਏ ਤੇ ਕੀ ਕੁਛ ਕਰੀਏ। ਪਰ ਇੱਥੇ ਮੈਂ ਤੁਹਾਨੂੰ ਪਤੇ ਦੀ ਗੱਲ ਦੱਸਦਾ ਕਿ ਸਰਕਾਰ ਜਿਹੜੀ ਹੈਗੀ ਹੈ ਚਲਾਕ ਕਿੰਨੀ ਹੈ, ਜਿਹਨੂੰ ਆਪਾਂ ਕਹਿੰਦੇ ਖਚਰੀ। ਉਹ ਹੁੰਦਾ ਨਾ ਇੱਕ ਪੰਜਾਬੀ ਦਾ ਵਿੱਚ ਕਹਾਵਰਾ, ਲੁੱਚੀ ਲੁੱਚਾ ਲੰਡਾ ਚੌਧਰੀ ਗੁੰਡੀ ਰੰਡ ਪ੍ਰਧਾਨ, ਕਿ ਲੁੱਚਾ ਲੰਡਾ ਜਿਹੜਾ ਹੈਗਾ ਆਮ ਜਿਹੜੇ ਲੋਕਾਂ ਨੂੰ ਕਿਵੇਂ ਬਣਾਉਂਦਾ ਹੈ ਬੇਵਕੂਫ, ਤੇ ਗੁੰਡੀ ਰੰਡ ਜਦੋਂ ਪ੍ਰਧਾਨ ਬਣ ਜੇ ਤਾਂ ਉਹ ਕੀ ਕਰਦੀ ਹੈ ਜੀ। ਉਹਦੇ 'ਚ ਹੁਣ ਤੁਸੀਂ ਦੇਖੋ ਇਹਨਾਂ ਨੇ ਕੀ ਕੀਤਾ ਹੈ ਕਿ CRPC ਦੇ ਵਿੱਚ ਇੱਕ ਧਾਰਾ ਹੈ ਦਫਾ 144। ਹਾਂ, ਦਫਾ 144 ਜੇ ਬਠਿੰਡੇ ਦੇ ਵਿੱਚ ਲਾਉਣੀ ਹੋਵੇ ਤਾਂ ਲੱਗੀ ਰਹਿੰਦੀ ਹੈ। ਨਾ ਇੱਥੇ ਦਫਾ 144 ਜਿਹੜੀ ਹੈਗੀ ਹੈ ਉਹ DC ਨੂੰ ਲਾਉਣੀ ਪਊਗੀ। ਲੇਕਿਨ ਜੇ ਇਹੀ ਦਫਾ 144 ਜਲੰਧਰ ਲਾਉਣੀ ਹੋਵੇ ਤਾਂ ਇਹੀ ਦਫਾ 144 ਜਿਹੜੀ ਹੈਗੀ ਲੁਧਿਆਣੇ ਲਾਉਣੀ ਹੋਵੇ, ਅੰਮ੍ਰਿਤਸਰ ਲਾਉਣੀ ਹੋਵੇ, ਚੰਡੀਗੜ੍ਹ ਵੀ ਛੱਡ ਦਿਓ ਤੁਸੀਂ, ਜਾਂ ਦਿੱਲੀ ਲਾਉਣੀ ਹੋਵੇ ਤਾਂ ਉੱਥੇ ਇਹ ਅਖਤਿਆਰਾਤ ਜਿਹੜੇ ਹੈਗੇ ਇਹ ਪੁਲਿਸ ਦੇ ਕਮਿਸ਼ਨਰ ਕੋਲੇ ਹੈ, ਕਮਿਸ਼ਨਰੇਟ। ਹੁਣ ਦਿੱਲੀ ਦੇ ਵਿੱਚ ਦਫਾ 144 ਜਿਹੜੀਆਂ ਇੰਪੋਰਟੈਂਟ ਥਾਵਾਂ ਜੀ, ਜਿਹਨੂੰ ਇਹ ਕਹਿੰਦੇ ਗਣਤੰਤਰਤਾ ਦਿਵਸ ਵਾਲੀਆਂ ਥਾਵਾਂ, ਉੱਥੇ ਦਫਾ 144 ਪਹਿਲਾਂ ਹੀ ਲਾਈ ਹੋਈ ਹੈ। ਦਫਾ 144 ਕਾਹਦੀ ਖਾਤਰ ਲਾਈ ਜਾਂਦੀ ਹੈ ਕਿ 5 ਜਾਂ 5 ਤੋਂ ਵੱਧ ਵਿਅਕਤੀ ਉੱਥੇ ਇਕੱਠੇ ਨਾ ਹੋਣ, ਉਹ ਕੋਈ ਨਾਅਰੇਬਾਜ਼ੀ ਨਾ ਕਰਨ, ਕੋਈ ਪੋਲੀਟੀਕਲ। ਇਹ ਜਿਹੜਾ ਰੋਕੂ ਪ੍ਰਬੰਧ ਹੈ ਉਹ ਤਾਂ ਉਹ ਆਪ ਕਰੀ ਬੈਠੇ, ਬਿਲਕੁਲ ਕਰੀ ਬੈਠੇ। ਆਪ ਕਰਨ ਤੋਂ ਬਾਅਦ ਜੇ ਦੁਬਾਰਾ ਉਹ ਕੋਰਟ ਦੇ ਕੋਲੇ ਜਾਂਦੇ ਤੇ ਕੋਰਟ ਨੂੰ ਕਹਿੰਦੇ ਲਓ ਜੀ ਸਾਨੂੰ ਤੁਸੀਂ ਦੱਸੋ ਜੀ ਇਹਨਾਂ ਨੂੰ ਰੋਕੋ, ਇਹਨਾਂ ਨੂੰ ਹਦਾਇਤਾਂ ਕਰੋ। ਕੋਰਟ ਹਦਾਇਤ ਕਰੂਗੀ ਵੀ ਹਾਂ ਭਾਈ ਤੁਸੀਂ ਨਹੀਂ ਆਉਣਾ, ਤੇ ਨਾਲ ਫਿਰ ਕੋਰਟ ਕਹੂਗੀ ਜੇ ਆਉਂਦੇ ਤਾਂ ਤੁਸੀਂ ਉਹਨਾਂ ਨੂੰ ਰੋਕੋ ਜੀ। ਕੋਰਟ ਨੂੰ ਮਤਲਬ ਵਿੱਚ ਫਸਾ ਕੇ ਲੈ ਕੇ ਕੋਰਟ ਦੀ ਪੋਜੀਸ਼ਨ ਜਿਹੜੀ ਹੈ ਉਹ ਅਕਵਰਡ ਕਰਨਾ ਚਾਹੁੰਦੇ ਜੀ। ਪਰ ਕੱਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਗੱਲ ਆਈ, ਫੈਸਲਾ ਹਾਲੇ ਹੋਣਾ ਹੈ, ਫਿਰ ਸੁਣਵਾਈ ਅੱਗੇ ਹੋਣੀ ਹੈ, ਮੇਰਾ ਖਿਆਲ ਸ਼ਾਇਦ ਕੱਲ੍ਹ ਨੂੰ ਹੋਵੇ, 20 ਤਾਰੀਖ ਨੂੰ ਹੋਣੀ ਹੈ ਜੀ। ਲੇਕਿਨ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ, ਮੈਂ ਵੈਸੇ ਕਈ ਵਾਰੀ ਟਿੱਪਣੀਆਂ ਕੁਝ ਸੁਪਰੀਮ ਕੋਰਟ ਦੀਆਂ ਹੋਰ ਹੁੰਦੀਆਂ
ਤੇ ਫੈਸਲਾ ਫਿਰ ਮਗਰੋਂ ਹੋਰ ਹੁੰਦਾ। ਬਿਲਕੁਲ, ਉਹ ਤਾਂ ਵੇਖ ਹੀ ਲਿਆ ਉਹ ਆਪਾਂ ਦੇਖ ਲਈਏ ਵੀ ਥਾਣੇਦਾਰ ਤਾੜਦਾ ਕਿਸੇ ਨੂੰ ਹੋਰ ਹੁੰਦਾ ਤੇ ਹਮਾਇਤ ਕਿਸੇ ਦੀ ਹੋਰ ਕਰਦਾ ਹੁੰਦਾ। ਜਿਹਨੂੰ ਤਾੜਦਾ ਉਸੇ ਨੂੰ ਹਮਾਇਤ ਕਰਦਾ, ਦੂਜੇ ਨੂੰ ਤਾਂ ਮਤਲਬ ਉਹਨੇ ਬਾਣੀ ਪਾਉਣਾ ਹੁੰਦਾ। ਹਾਂਜੀ, ਹੁਣ ਕੱਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਕਿ ਦਿੱਲੀ ਪੁਲਿਸ ਸਾਥੋਂ ਕਿਉਂ ਹਦਾਇਤਾਂ ਲੈਂਦੀ ਹੈ। ਦਿੱਲੀ ਪੁਲਿਸ ਆਪ ਕਰੇ, ਲਾ ਐਂਡ ਆਰਡਰ ਦਾ ਮਾਮਲਾ ਹੈ ਜੀ। ਉਹਦੇ ਤੇ ਸੁਪਰੀਮ ਕੋਰਟ ਨੇ ਇੱਕ ਕਿਸਮ ਦੀ ਮਤਲਬ ਜਿਹੜੀ ਹੈਗੀ ਹੈ ਅਟਾਰਨੀ ਜਨਰਲ ਨੂੰ ਕਿਹਾ ਹੈ, ਬੇਨੂ ਗੋਪਾਲ ਸਾਹਿਬ ਨੂੰ, ਕਿ ਤੁਸੀਂ ਆਪਣਾ ਦੱਸੋ। ਤੇ ਬੇਨੂ ਗੋਪਾਲ ਸਾਹਿਬ ਜਿਹੜੇ ਭਾਰਤ ਸਰਕਾਰ ਦੇ ਜਿਹੜੇ ਵਕੀਲ ਹੈਗੇ ਜੀ, ਉਹ ਵਾਰ-ਵਾਰ ਕਹਿ ਰਹੇ ਆ ਜੀ ਇਹਦੇ ਚ ਕੀ ਹੈ, ਤੁਸੀਂ ਇੱਕ ਆਰਡਰ ਵੀ ਕਰ ਦਿਓ। ਆਰਡਰ ਪਾਸ ਕਰਵਾ ਕੇ ਤੇ ਫਿਰ ਇਹ ਗੱਲ ਕਹਿਣੀ ਹੈ ਕਿ ਜਿਹੜੀ ਅਸੀਂ ਨਹੀਂ ਕੁੱਟਿਆ ਜੀ, ਬੀਜੇਪੀ ਦੀ ਸਰਕਾਰ ਨੇ ਜਾਂ ਨਰਿੰਦਰ ਮੋਦੀ ਨੇ ਨਹੀਂ ਕੁੱਟਿਆ ਜੀ, ਸੁਪਰੀਮ ਕੋਰਟ ਦਾ ਹੁਕਮ ਸੀ। ਸਾਨੂੰ ਸੁਪਰੀਮ ਕੋਰਟ ਦਾ ਹੁਕਮ ਲਾਗੂ ਕਰਨਾ ਪੈਣਾ ਸੀ ਕਿਉਂਕਿ ਅਸੀਂ ਸੁਪਰੀਮ ਕੋਰਟ ਦੇ ਹੁਕਮ ਦੇ ਸਾਹਮਣੇ ਜਿਹੜੇ ਹੈਗੇ ਪਾਬੰਦ ਆ। ਪਰ ਫੇਰ ਸਵਾਲ ਖੜਾ ਹੁੰਦਾ ਇੱਥੇ ਇੱਕ, ਮੇਰੇ ਪੁਰਾਣੀਆਂ ਗੱਲਾਂ ਫੇਰ ਯਾਦ ਆਉਂਦੀਆਂ। ਜਸਟਿਸ TS ਠਾਕਰ ਜੀ, ਤੀਰਥ ਸਿੰਘ ਠਾਕਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੀ ਰਹੇ ਹੈ ਤੇ ਉਹ ਭਾਰਤ ਦੇ ਚੀਫ ਜਸਟਿਸ ਵੀ ਬਣ ਗਏ ਸੀ ਜੀ। ਇੱਕ ਸਮਾਗਮ ਹੋਇਆ ਸੀ ਦਾਨੇਵਾਲੀਆ ਸਾਹਿਬ, ਜਿਸ ਸਮਾਗਮ ਦੇ ਵਿੱਚ TS ਠਾਕਰ ਵੀ ਜਿਹੜੇ ਸੀਗੇ ਤੇ ਪ੍ਰਧਾਨ ਮੰਤਰੀ ਜੀ ਵੀ ਸੀ। ਜਦੋਂ ਠਾਕਰ ਸਾਹਿਬ ਨੂੰ ਬੋਲਣ ਦਾ ਮੌਕਾ ਮਿਲਿਆ ਜੀ ਤੇ ਠਾਕਰ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ ਸੀ। ਅੱਛਾ ਜੀ। ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀ, ਪ੍ਰਧਾਨ ਮੰਤਰੀ ਸਾਹਿਬ ਹਜ਼ਾਰਾਂ ਨਹੀਂ ਲੱਖਾਂ ਕੇਸ ਪੈਂਡਿੰਗ ਪਏ ਹੈ ਜੀ, ਸੁਪਰੀਮ ਕੋਰਟ ਦੇ ਵਿੱਚ ਕਈ ਸਾਰੀਆਂ ਅਸਾਮੀਆਂ ਖਾਲੀ ਪਈਆਂ। ਸਾਡੀ ਕੋਲੀਜੀਅਮ ਨੇ ਤੁਹਾਨੂੰ ਲਿਸਟ ਭੇਜ ਦਿੱਤੀ ਹੈ ਕਿ ਆਹ ਜੱਜ ਜਿਹੜੀ ਹੈਗੇ ਕੋਲੀਜੀਅਮ ਨੇ ਸਿਫਾਰਿਸ਼ ਕਰਤੀ ਹੈ, ਇਹਨਾਂ ਦੀ ਕਿਰਪਾ ਕਰਕੇ ਇਹਨੂੰ ਨੋਟੀਫਾਈ ਕਰ ਦਿਓ, ਇਹਨੂੰ ਪ੍ਰਵਾਨਗੀ ਦੇ ਦਿਓ। ਇਹ ਜੱਜ ਜਿਹੜੇ ਆ ਜਾਣ ਤੇ ਆ ਕੇ ਲੋਕਾਂ ਨੂੰ ਕੁਛ ਨਾ ਕੁਛ ਜਿਹੜੇ ਹੈਗੇ ਕੇਸਾਂ ਦਾ ਨਿਪਟਾਰਾ ਕਰਨ। ਇਨਸਾਫ ਦਾ ਸ਼ਬਦ ਨਹੀਂ ਮੈਂ ਇਸਤੇਮਾਲ ਕਰੂੰਗਾ ਵੀ ਇਨਸਾਫ ਦੇਣ, ਕਿ ਕੇਸਾਂ ਦਾ ਕੁਝ ਨਿਪਟਾਰਾ ਹੋ ਜੇ। ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਜਾਂ ਪ੍ਰਧਾਨ ਮੰਤਰੀ ਦੀ ਸਰਕਾਰ ਜਿਹੜੀ ਹੈ ਉਸ ਲਿਸਟ ਤੋਂ ਖੁਸ਼ ਨਹੀਂ ਸੀ ਜੀ। ਸ਼ਾਇਦ ਉਹ ਚਾਹੁੰਦੇ ਹੁਣ ਕਿ ਕੁਝ ਸਾਡੀ ਜਿਹੜੀ ਹੈਗੀ ਹੈ ਵਿਚਾਰਧਾਰਾ ਵਾਲੇ ਲੋਕ ਇਹਦੇ ਵਿੱਚ ਪਾ ਲਏ ਜਾਣ। ਉਦੋਂ TS ਠਾਕਰ ਸਾਹਿਬ ਜਿਹੜੇ ਹੈਗੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਚੱਲਦੇ ਸੀ ਜੀ, ਤੇ ਉਦੋਂ ਤਾਂ ਸਨਮਾਨ ਨਾ ਕੀਤਾ। ਤੇ ਹੁਣ ਫਿਰ ਜਿਹੜੀ ਹੈਗੀ ਹੈ ਕਿਉਂ ਮੰਗਦੇ ਉਹਨਾਂ ਤੋਂ ਇਜਾਜ਼ਤ, ਕਿਉਂ ਕਹਿੰਦੇ ਅਦਾਲਤ ਨੂੰ, ਤੇ ਅਦਾਲਤ ਨੇ ਇਹਦੇ ਚਿੜੀ ਪੂੰਝਾ ਛਡਾਉਣ ਵਾਲੀ ਗੱਲ ਦਾ ਇਸ਼ਾਰਾ ਤਾਂ ਦੇਤਾ। ਵੇਖਾਂਗੇ ਆਪਾਂ ਕੱਲ ਨੂੰ ਵੀ ਫੈਸਲਾ ਕੀ ਆਉਂਦਾ ਜੀ। ਤੇ ਢਿੱਲੋਂ ਸਾਹਿਬ, ਫਿਰ ਅੱਜ ਦੇ ਦਿਨ ਇੱਕ ਲਿਟਲ ਗਰਲ ਨੇ ਦੇਸਾਈ ਨੂੰ ਪ੍ਰਧਾਨ ਮੰਤਰੀ ਦੀ ਰੇਸ ਚੋਂ ਬਾਹਰ ਕਰਤਾ ਸੀ। ਕੌਣ ਸੀ ਉਹ? 19 ਜਨਵਰੀ ਜੀ, 19 ਜਨਵਰੀ ਤੇ 1966 ਜੀ। ਜੇ 19 ਜਨਵਰੀ 1966 ਤੋਂ ਲਾ ਕੇ ਆਪਾਂ ਅੱਜ ਤੱਕ ਦੇਖੀ ਤਾਂ ਮੇਰੇ ਖਿਆਲ ਮੁਤਾਬਕ ਸਾਲ 55 ਬਣ ਗਏ ਜੀ। 55 ਸਾਲ ਪਹਿਲਾਂ ਇੱਕ ਗੁੜੀਆ ਹੁੰਦੀ ਸੀ ਛੋਟੀ ਜੀ। ਉਹ ਗੁੜੀਆ ਕਿਵੇਂ ਲਾਈਮਲਾਈਟ ਦੇ ਵਿੱਚ ਆਈ ਜੀ? ਲਾਈਮਲਾਈਟ ਦੇ ਵਿੱਚ ਇਸ ਕਰਕੇ ਆਈ ਕਿ ਸਾਡੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਾਹਿਬ ਜੀ ਲਾਲ ਬਹਾਦਰ ਸ਼ਾਸਤਰੀ, ਲਾਲ ਬਹਾਦਰ ਸ਼ਾਸਤਰੀ 1965 ਦੀ ਜੰਗ ਜਿਹੜੀ ਚੱਲ ਰਹੀ ਸੀ ਜੀ, ਜਦੋਂ ਜੰਗ ਚੱਲਦੀ ਸੀ ਤੇ ਫਿਰ ਉਸ ਜੰਗ ਦਾ ਨਿਪਟਾਰਾ ਕਰਵਾਉਣ ਵਾਸਤੇ, ਸਮਝੌਤਾ ਕਰਵਾਉਣ ਵਾਸਤੇ ਰੂਸ ਨੇ ਇੱਕ ਮੀਟਿੰਗ ਬੁਲਾਈ ਸੀ ਤਾਸ਼ਕੰਦ। ਉਸ ਮੀਟਿੰਗ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਸਾਹਿਬ, ਸਾਡੇ ਪ੍ਰਧਾਨ ਮੰਤਰੀ ਵੀ ਗਏ ਸੀ ਤੇ ਪਾਕਿਸਤਾਨ ਦੇ ਪ੍ਰਤੀਨਿਧ ਵੀ ਆਏ ਸੀ। ਲਓ ਜੀ, ਸਮਝੌਤਾ ਹੋ ਗਿਆ ਜੀ। ਸਮਝੌਤੇ ਦੇ ਉੱਤੇ ਦਸਤਖਤ ਕਰਤੇ ਤੇ ਦਸਤਖਤ ਕਰਨ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਸਾਹਿਬ ਆਪਣੇ ਬੈੱਡ ਤੇ ਚਲੇ ਗਏ ਜੀ। ਤੇ ਕਿਤੇ ਇਹ ਦੱਸਦੇ ਆ, ਮੈਨੂੰ ਨਹੀਂ ਪਤਾ ਵੀ ਹਕੀਕਤ ਕੀ ਹੈ, ਦੰਦ ਕਥਾ ਹੈ। ਦੰਦ ਕਥਾ ਇਹ ਹੈ ਕਿ ਪ੍ਰਧਾਨ ਮੰਤਰੀ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਫੋਨ ਕੀਤਾ ਆਪਣੇ ਪਰਿਵਾਰਕ ਮੈਂਬਰ ਨੂੰ, ਕਿਸੇ ਨੂੰ, ਕਿ ਇੱਥੇ ਸਥਿਤੀ ਕੀ ਹੈ, ਤੇ ਪਰਿਵਾਰਕ ਮੈਂਬਰ ਨੇ ਦੱਸਤਾ ਕਿ ਲੋਕ ਥੂ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਇਹ ਸਮਝੌਤਾ ਕੀਤਾ ਹੈ ਦਬਾਅ ਥੱਲੇ ਆ ਕੇ ਕੀਤਾ, ਤੇ ਇਹ ਜਿਹੜਾ ਹੈਗਾ ਪਾਕਿਸਤਾਨ ਦਾ ਕੱਟੀ ਕੱਢ ਹੀ ਦੇਣਾ ਚਾਹੀਦਾ ਸੀ। ਲਾਲ ਬਹਾਦਰ ਸ਼ਾਸਤਰੀ ਜੀ ਬੜੇ ਇਮਾਨਦਾਰ ਆਦਮੀ, ਬਹੁਤ ਸੂਖਮ ਦਿਲ ਦੇ ਮਾਲਕ ਸੀ। ਉਹਨਾਂ ਨੂੰ ਅਟੈਕ ਹੋ ਗਿਆ ਰਾਤ ਨੂੰ ਜੀ, ਔਰ ਉਹ ਸੁੱਤੇ ਪਈ ਰਹਿ ਗਏ। ਉਹਨਾਂ ਨੂੰ ਅਟੈਕ ਹੁੰਦਾ ਹੈ ਮੇਰੇ ਖਿਆਲ ਮੁਤਾਬਕ 11 ਜਨਵਰੀ ਨੂੰ ਜੀ। 11 ਜਨਵਰੀ ਦੀ ਗੱਲ ਹੈ ਜਦੋਂ ਉਹਨਾਂ ਨੂੰ ਅਟੈਕ ਹੋ ਗਿਆ। ਤੇ 12 ਜਨਵਰੀ ਨੂੰ ਦਿਨ ਚੜ੍ਹਦਿਆਂ ਸਾਰ ਐਕਟਿੰਗ ਪ੍ਰਧਾਨ ਮੰਤਰੀ ਬਣ ਗਿਆ ਗੁਲਜ਼ਾਰੀ ਲਾਲ ਨੰਦਾ। ਜਦੋਂ ਗੁਲਜ਼ਾਰੀ ਲਾਲ ਨੰਦਾ ਐਕਟਿੰਗ ਪ੍ਰਧਾਨ ਮੰਤਰੀ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਕਿ ਪ੍ਰਧਾਨ ਮੰਤਰੀ ਕਿਹਨੂੰ ਬਣਾਇਆ ਜਾਵੇ। ਇੱਕ ਮੁੱਖ ਮੰਤਰੀ ਹੈ ਮੇਰਾ ਖਿਆਲ ਹੁੰਦੇ ਸੀ ਉਹਨਾਂ ਦਿਨਾਂ 'ਚ ਮੱਧ ਪ੍ਰਦੇਸ਼ ਦੇ ਜੀ, ਜਿਨ੍ਹਾਂ ਦਾ ਨਾਂ ਸੀਗਾ DP ਮਿਸ਼ਰਾ ਜੀ। ਹਾਂ, DP ਮਿਸ਼ਰਾ ਬੜਾ ਕਾਬਲ ਸੀ, ਕਾਂਗਰਸ ਦਾ ਨੇਤਾ। DP ਮਿਸ਼ਰਾ ਨੇ ਜਿਹੜੇ ਹੈਗੇ ਜੀ ਮੀਟਿੰਗ ਬੁਲਾ ਲਈ ਸਾਰੇ ਮੁੱਖ ਮੰਤਰੀਆਂ ਦੀ, ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ। ਉਹਦੇ 14 ਮੁੱਖ ਮੰਤਰੀ ਹੁੰਦੇ ਸੀ ਤੇ 14 ਮੁੱਖ ਮੰਤਰੀਆਂ ਨੇ ਫੈਸਲਾ ਕਰ ਲਿਆ ਕਿ ਜੇ ਕਾਂਗਰਸ ਦੇ ਪ੍ਰਧਾਨ ਜੀ ਮਿਸਟਰ ਕਾਮਰਾਜ ਪ੍ਰਧਾਨ ਮੰਤਰੀ ਬਣਨਾ ਮੰਨ ਲੈਣ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ। ਲੇਕਿਨ ਕਾਮਰਾਜ ਉਹ ਕਰੈਕਟਰ ਸੀ ਉਹਨਾਂ ਲੋਕਾਂ ਦਾ, ਕਾਮਰਾਜ ਨੇ ਇਨਕਾਰ ਕਰਤਾ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ।
ਫਿਰ ਆ ਗਿਆ ਵੀ ਦੋ ਪ੍ਰਧਾਨ ਮੰਤਰੀ ਕੌਣ ਹੋਣ। ਇੱਕ ਜੀ ਦਾ ਨਾਂ ਆਪਣੇ ਮੁਰਾਰਜੀ ਦੇਸਾਈ ਜੀ। ਮੁਰਾਰਜੀ ਦੇਸਾਈ ਹੁਣ ਕਿਹੋ ਜਿਹੇ ਵਿਅਕਤੀ ਸੀ, ਇਹਦੇ ਬਾਰੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਸੀ ਮੁਰਾਰਜੀ ਦੇਸਾਈ ਬਾਰੇ। ਉਹ ਕਹਿੰਦੇ ਵੀ ਉਹਦੀ ਕਾਬਲੀਅਤ ਜੀ, ਉਹਦੀ ਸਮਰੱਥਾ ਤੇ ਉਹਦੀ ਨਿਰਪੱਖਤਾ ਵਰਗੀ ਠੋਸ ਨੈਤਿਕਤਾ ਦੀ ਬਦੌਲਤ ਜੀ, ਮੈਂ ਕਹਿੰਦੇ ਵੀ ਉਹਦੀ ਕਦਰ ਕਰਦਾ ਜਿੰਨੀ ਮੈਂ ਉਹਦੀ ਕਦਰ ਕਰਦਾ, ਕਿਸੇ ਹੋਰ ਦੀ ਕਦਰ ਨਹੀਂ ਕਰਦਾ। ਮਤਲਬ ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਹ ਗੱਲ ਕਹਿੰਦਾ ਇਹਦੇ ਬਾਰੇ ਜੀ, ਮੁਰਾਰਜੀ ਦੇਸਾਈ ਬਾਰੇ। ਤੇ ਮੁਰਾਰਜੀ ਦੇਸਾਈ ਜਿਹੜਾ ਹਮੇਸ਼ਾ ਹੀ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੰਦਾ ਸੀ ਇੰਦਰਾ ਗਾਂਧੀ ਨੂੰ ਜੀ, ਕਿ ਲਿਟਲ ਗਰਲ ਹੈ, ਕੀ ਕਰੂਗੀ। ਜਾਂ ਕਈ ਵਾਰੀ ਕਹਿੰਦੇ ਸੀ ਗੂੰਗੀ ਗੁੜੀਆ, ਗੂੰਗੀ ਗੁੜੀਆ, ਇਹ ਗੂੰਗੀ ਗੁੜੀਆ ਕਿਆ ਕਰੂਗੀ। ਤੇ ਫਿਰ ਅਖੀਰ ਚਲਦਿਆਂ ਗੂੰਗੀ ਗੁੜੀਆ ਦਾ ਨਾਂ ਵੀ ਬੋਲ ਪਿਆ। ਜਦੋਂ ਗੂੰਗੀ ਗੁੜੀਆ ਦਾ ਨਾਂ ਆ ਗਿਆ ਤੇ ਜਿਹੜੀ ਉਹ 14 ਸਾਬਕਾ ਆਪਣੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਜੀ, 14 ਦੇ ਵਿੱਚੋਂ 12 ਨੇ ਕਹਿਤਾ ਜੀ ਅਸੀਂ ਗੂੰਗੀ ਗੁੜੀਆ ਦੇ ਨਾਲ ਜਾਵਾਂਗੇ। ਅੱਛਾ, ਅਸੀਂ ਮਦਦ ਇਹਦੀ ਕਰਾਂਗੇ। ਲਓ ਜੀ, ਦੋਨਾਂ ਦੇ ਦਰਮਿਆਨ ਮੁਕਾਬਲਾ ਹੋ ਗਿਆ ਤੇ ਉਸ ਮੁਕਾਬਲੇ ਦੇ ਵਿੱਚ ਅੱਜ ਦੇ ਦਿਨ, ਅੱਛਾ ਜੀ, 19 ਜਨਵਰੀ 1966 ਨੂੰ ਜੀ, ਇੰਦਰਾ ਗਾਂਧੀ ਦੇ ਹੱਕ ਵਿੱਚ ਜਿਹੜੀਆਂ ਵੋਟਾਂ ਪੈਂਦੀਆਂ ਜੀ, ਉਹ ਵੋਟਾਂ ਪੈਂਦੀਆਂ 355। ਕਿੰਨੇ ਚੋਂ? 169 ਪਈਆਂ ਮੁਰਾਰਜੀ ਦੇਸਾਈ। ਅੱਛਾ, ਅੰਦਾਜ਼ਾ ਲਾ ਲਓ ਕੀ ਬਸ ਫਿਰ 500-600 ਹੀ ਹੋ ਗਈ। ਹਾਂ, 169 ਉਹਨੂੰ ਪੈਂਦੀਆਂ ਤੇ ਉਹਨੂੰ ਪੈਂਦੀਆਂ 355। ਜਿਹਨੂੰ ਲਿਟਲ ਗਰਲ ਤੇ ਗੂੰਗੀ ਗੁੜੀਆ ਕਹਿੰਦੇ ਹੁੰਦੇ ਸੀ, ਤੇ ਗੂੰਗੀ ਗੁੜੀਆ ਤੇ ਲਿਟਲ ਗਰਲ ਨੇ ਫਿਰ ਮਤਲਬ ਜਿਹੜੀ ਹੈਗੇ ਸਾਰੇ ਪੂੰਝ ਕੇ ਪਾਸੇ ਸਿੱਟਦੇ ਸੀ। ਜੀ ਜੀ। ਔਰ ਉਸੇ ਤੋਂ ਬਾਅਦ ਉਸ ਗੂੰਗੀ ਗੁੜੀਆ ਨੇ ਜਿਹੜੇ ਕੰਮ ਕੀਤੇ, ਉਹਨੇ ਕੰਮ ਕੀਤੇ 14 ਜਿਹੜੇ ਵੱਡੇ ਬੈਂਕ ਸੀ ਉਹਨਾਂ ਦਾ ਨੈਸ਼ਨਲਾਈਜੇਸ਼ਨ ਕੀਤੀ। ਰਾਜਿਆਂ ਮਹਾਰਾਜਿਆਂ ਨੂੰ ਜਿਹੜੀ ਹੈਗੀ ਹੈ ਪ੍ਰਿਵਿਲੇਜ ਸੀਗੀਆਂ ਜਿਹੜੀਆਂ ਉਹ ਬੰਦ ਕੀਤੀਆਂ। ਪਰਸ ਸੀ ਉਹਨਾਂ ਦੇ, ਉਹ ਖਤਮ ਕੀਤੇ। ਕਿਉਂਕਿ ਉਹਨਾਂ ਪ੍ਰਿਵੀ ਪਰਸ ਦੇ ਚੱਲਦਿਆਂ ਰਾਜਿਆਂ ਮਹਾਰਾਜਿਆਂ ਨੂੰ ਮੋਟੀਆਂ ਪੈਨਸ਼ਨਾਂ ਮਿਲਦੀਆਂ ਸੀ ਜੀ। ਉਹਨਾਂ ਨੂੰ ਸਾਰੇ ਕਿਸਮ ਦੇ ਹਥਿਆਰ ਬਿਨਾਂ ਲਾਇਸੈਂਸ ਤੋਂ ਆਪਣੇ ਕੋਲੇ ਰੱਖਣ ਦੀ ਇਜਾਜ਼ਤ ਹੁੰਦੀ ਸੀ ਤੇ ਨਾਲ ਹੀ ਉਹਨਾਂ ਨੂੰ ਜਿਹੜੇ ਹੈਗਾ ਵੱਡੀਆਂ ਵੱਡੀਆਂ ਜਾਇਦਾਦਾਂ ਰੱਖਣ ਦੇ ਹੱਕ ਹੁੰਦੇ ਸੀ ਜੀ। ਉਹ ਸਾਰੇ ਉਹਨੇ ਖਤਮ ਕਰਤੇ। ਉਹ ਤੋਂ ਬਾਅਦ ਫਿਰ ਉਸੇ ਗੂੰਗੀ ਗੁੜੀਆ ਨੇ 1971 ਦੇ ਵਿੱਚ ਫਿਰ ਉਹਨੇ ਆਪਦੀ ਦੁਬਾਰਾ ਇਲੈਕਸ਼ਨ ਜਿੱਤੀ। ਉਹ ਪ੍ਰਧਾਨ ਮੰਤਰੀ ਚੁਣੀ ਗਈ ਤੇ ਫਿਰ ਉਸੇ ਸਮੇਂ 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੀ ਜਿਹੜੀ ਟੱਕਰ ਹੁੰਦੀ ਹੈ ਇਹਦੀ ਆਪਣੇ ਦੀ ਪਾਕਿਸਤਾਨ ਦੀ ਭਾਰਤ ਦੀ, ਉਸ ਤੋਂ ਫਿਰ ਬੰਗਲਾਦੇਸ਼, ਉਸ ਟੱਕਰ ਦੇ ਵਿੱਚੋਂ ਫਿਰ ਇੱਕ ਬੰਗਲਾਦੇਸ਼ ਨਿਕਲਦਾ ਹੈ। ਸੋ ਅੱਜ ਦਾ ਦਿਨ ਦੇਖੋ ਤੁਸੀਂ, 19 ਨਵੰਬਰ ਨੂੰ ਉਹਦਾ ਜਨਮ ਹੁੰਦਾ ਹੈ। 19 ਜਨਵਰੀ ਨੂੰ ਉਹ 1966 ਨੂੰ ਪਹਿਲੀ ਪ੍ਰਧਾਨ ਮੰਤਰੀ ਚੁਣੀ ਜਾਂਦੀ ਹੈ ਜੀ। 3 ਚੋਣਾਂ ਉਹਨੇ ਲਗਾਤਾਰ ਜਿੱਤੀਆਂ। 3 ਚੋਣਾਂ ਲਗਾਤਾਰ ਜਿੱਤਣ ਤੋਂ ਬਾਅਦ ਫਿਰ ਉਹ ਹਾਰਦੀ ਕਦੋਂ ਹੈ? 1975 ਜਦੋਂ ਐਮਰਜੈਂਸੀ ਲਾਈ ਹੈ ਤੇ 77 ਦੇ ਵਿੱਚ ਚੋਣਾਂ ਹੁੰਦੀਆਂ ਜੀ। ਹਾਲਾਂਕਿ ਮੁਰਾਰਜੀ ਦੇਸਾਈ ਫਿਰ ਪ੍ਰਾਈਮ ਮਿਨਿਸਟਰ ਬਣ ਗਿਆ। ਜਿਹੜਾ ਮੁਰਾਰਜੀ ਦੇਸਾਈ ਇੰਦਰਾ ਗਾਂਧੀ ਤੋਂ ਮਾਤ ਖਾ ਗਿਆ ਸੀ, ਉਹ ਬਣ ਗਿਆ ਸੀ, ਉਹ ਜਨਤਾ ਪਾਰਟੀ ਵੱਲੋਂ ਬਣ ਗਿਆ ਸੀ। ਲੇਕਿਨ ਉਹ ਫਿਰ ਜਿਹੜੀ ਹੈਗੀ ਹੈ ਜਨਤਾ ਪਾਰਟੀ ਨੂੰ ਇੱਕ ਮੁੱਠ ਨਾ ਰੱਖ ਸਕਿਆ ਤੇ 1980 ਦੇ ਆਉਂਦੇ ਉਹਦੀ ਸਰਕਾਰ ਟੁੱਟ ਗਈ ਸੀ। 1980 ਦੇ ਵਿੱਚ ਫਿਰ ਇਲੈਕਸ਼ਨ ਹੁੰਦੀ ਹੈ ਜੀ ਤੇ ਚੌਥੀ ਵਾਰੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਆਪਰੇਸ਼ਨ ਬਲੂ ਸਟਾਰ ਹੋਣ ਤੋਂ ਬਾਅਦ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਉਹਦੀ ਸਰਕਾਰੀ ਰਿਹਾਇਸ਼ ਦੇ ਉੱਤੇ ਕਤਲ ਨਹੀਂ ਸੀ ਕਰ ਦਿੱਤਾ ਗਿਆ ਜੀ। ਸੋ ਧੰਨਵਾਦ ਜੀ ਤੁਹਾਡਾ। ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਇੱਕ ਬ੍ਰੇਕ ਦਾ ਸਮਾਂ। ਸੋ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਜੇਕਰ ਸੁਣਨਾ ਚਾਹੁੰਦੇ ਤਾਂ YouTube ਚੈਨਲ ਅਤੇ Facebook ਪੇਜ ਨੂੰ ਸਬਸਕ੍ਰਾਈਬ ਕਰ ਸਕਦੇ ਹੋ।